ਵਾਹਿਗੁਰੂ। ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਸਤਸੰਗਤ ਦੀ ਘੜੀ ਬਖਸ਼ੀ। ਇੱਦਾਂ ਹੀ ਅਭਿਆਸ ਜਦੋਂ ਕਰਦੇ ਹਨ, ਮਨ ਨੂੰ ਆਉਂਦੀ ਹੈ ਸ਼ਾਂਤੀ। ਤ੍ਰੈਗੁਣਾਂ ਦੇ ਵਿੱਚ ਸ਼ਾਂਤੀ ਨਹੀਂ ਹੈ। ਤ੍ਰੈਗੁਣਾਂ ਦੇ ਵਿੱਚ ਭਰਮ ਆ, ਭੁਲੇਖਾ ਆ, ਚਿੰਤਾਵਾਂ, ਫਿਕਰ ਨੇ। ਜਦੋਂ ਅਸੀਂ ਅਭਿਆਸ ਕਰਦੇ ਹਾਂ, ਸਿਮਰਨ ਕਰਦੇ ਹਾਂ, ਉਸ ਵੇਲੇ ਜੋ ਮਹਾਰਾਜ ਨੇ ਕਿਰਪਾ ਕੀਤੀ ਹੈ, ਸਾਨੂੰ ਇਹ ਮੌਕਾ ਬਖਸ਼ਿਆ ਕਿ ਪਰਮਾਤਮਾ ਨਾਲ ਅਸੀਂ ਇੱਕਮਿਕ ਹੋਈਏ, ਪਰਮਾਤਮਾ ਦੇ ਵਿੱਚ ਸੁਰਤੀ ਟਿਕਾਈਏ, ਉਹਨਾਂ ਦੇ ਨਾਮ ਦੇ ਵਿੱਚ ਲੀਨ ਹੋਈਏ, ਉਹਨਾਂ ਦਾ ਨਾਮ ਉਚਾਰਨ ਕਰੀਏ। ਇਹਦੀ ਕਦਰ ਕਰਨੀ ਚਾਹੀਦੀ ਸਾਨੂੰ। ਸੰਸਾਰ ਦੇ ਵਿੱਚ ਜਦੋਂ ਕੋਈ ਸਾਡੇ ਪਾਸ ਕੋਈ ਵਸਤੂ ਹੁੰਦੀ ਹੈ, ਉਸ ਦਾ ਇਸਤੇਮਾਲ ਕਰਦੇ, ਉਹਦਾ ਸੁੱਖ ਲੈਂਦੇ ਆ, ਆਨੰਦ ਲੈਂਦੇ ਆ। ਕਈ ਵਾਰੀ ਉਸ ਵਸਤੂ ਦੀ ਕਦਰ ਨਹੀਂ ਹੁੰਦੀ। ਜਿੰਨਾ ਚਿਰ ਤੱਕ ਉਹ ਵਸਤੂ ਸਾਡੇ ਤੋਂ ਖੁੰਝ ਨਾ ਜਾਏ, ਫਿਰ ਸਾਨੂੰ ਚੇਤੇ ਆਉਂਦਾ ਉਹ ਮੇਰੇ ਕੋਲ ਚੀਜ਼ ਸੀਗੀ, ਅਤੇ ਉਹਦੀ ਰਿਸਪੈਕਟ ਮਨ 'ਚ ਆਉਂਦੀ ਆ। ਇੱਦਾਂ ਹੀ ਸਾਨੂੰ ਆ ਅਭਿਆਸ ਜੋ ਮਹਾਰਾਜ ਸਾਨੂੰ ਕਿਰਪਾ ਕਰਕੇ ਸਿਮਰਨ ਅਭਿਆਸ ਕਰਾ ਰਹੇ ਆ, ਇਹਦੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ। ਇਹਦਾ ਸਤਿਕਾਰ ਹੋਣਾ ਚਾਹੀਦਾ ਸਾਡੇ ਮਨ ਵਿੱਚ। ਜਦੋਂ ਇਸ ਤੋਂ ਅਸੀਂ ਵਾਂਝੇ ਹੁੰਦੇ ਹਾਂ ਨਾ, ਸਾਡਾ ਮਨ ਉਸ ਵੇਲੇ ਚਿੰਤਾਵਾਂ ਅਤੇ ਫਿਕਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ ਵਾਰ-ਵਾਰ ਜਾਈ ਜਾਂਦਾ ਹੈ। ਜਦੋਂ ਅਭਿਆਸ ਦਾ ਮੌਕਾ ਹੁੰਦਾ ਹੈ, ਇਸ ਤਰੀਕੇ ਨਾਲ ਨਾ ਅਭਿਆਸ ਕਰੀਏ ਕਿ ਅਸੀਂ ਸਿਰਫ ਰੂਟੀਨ ਬੰਨ੍ਹ ਲਈ ਹੈ ਕਿ ਅਭਿਆਸ ਕਰਨਾ ਘੰਟਾ। ਆਪਣੇ ਮਨ ਨੂੰ ਵਿੱਚ ਐਨ ਲੀਨ ਕਰਕੇ ਅਭਿਆਸ ਕਰੀਏ, ਬੜੇ ਪਿਆਰ ਨਾਲ, ਕਿ ਬੜੇ ਦਾ ਮਿਹਨਤ ਨਾਲ, ਕਿ ਸਾਡਾ ਮਨ ਜਿਹੜਾ ਹੈ ਉਹ ਸੁੱਖ ਨੂੰ, ਆਨੰਦ ਨੂੰ ਮਹਿਸੂਸ ਕਰੇ। ਕਿਉਂਕਿ ਇਸ ਦੇ ਵਿੱਚ ਜਿਹੜੀ ਸ਼ਾਂਤੀ ਸਾਨੂੰ ਆਉਂਦੀ ਹੈ, ਇਹ ਹੋਰ ਕਿਤੇ ਤ੍ਰਿਲੋਕੀ ਦੇ ਵਿੱਚ, ਤ੍ਰੈਗੁਣਾਂ ਦੇ ਵਿੱਚ ਮਿਲਣੀ ਨਹੀਂ। ਇੱਦਾਂ ਹੀ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਅਸੀਂ ਜਿਹੜੇ ਜੀਵ ਹਾਂ ਸੰਸਾਰ ਵਿੱਚ ਨਾ, ਅਸੀਂ ਸਾਰੇ ਇੱਥੇ ਤ੍ਰੈਗੁਣਾਂ ਦੇ ਵਿੱਚ ਫਿਰਦੇ ਹਾਂ। ਮਨੁੱਖ ਸੋਚਦਾ ਆ ਕਿ ਇੱਥੇ ਕਰਮ ਕਰਕੇ ਸੰਸਾਰ ਵਿੱਚ ਪੈਸਾ ਧਨ ਇਕੱਠਾ ਕਰਕੇ ਕਿ ਸੁੱਖ ਮਿਲ ਜਾਵੇਗਾ, ਪਰ ਐਸਾ ਹੈ ਨਹੀਂ। ਮਹਾਰਾਜ ਕਹਿੰਦੇ ਆ, ਵਿੱਤ ਨਿਵਿਤ ਭਰਮਿਓ ਬਹੁ ਭਾਂਤੀ ਅਨਕ ਯਤਨ ਕਰ ਧਾਏ, ਕਿ ਅਮੀਰ ਹੋਣ ਨੂੰ ਅਸੀਂ ਬੜੇ ਯਤਨ ਕਰਦੇ ਹਾਂ, ਬੜਾ ਦਸਾਂ ਦਿਸ਼ਾਵਾਂ ਦੇ ਵਿੱਚ ਭੱਜਦੇ ਫਿਰਦੇ ਹਾਂ। ਇੱਥੇ ਤ੍ਰਿਲੋਕੀ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਸ ਪੈਸੇ ਧਨ ਰਾਹੀਂ ਕੋਈ ਸੁੱਖ ਮਿਲ ਜਾਏ। ਪਰ ਮਹਾਰਾਜ ਕਹਿੰਦੇ, ਜੋ ਜੋ ਕਰਮ ਕੀਏ ਹੋਂ ਹੋਮੈ ਤੇ ਤੇ ਭੇ ਅਜਾਏ। ਕਹਿੰਦੇ ਪਰ ਜਿਹੜੇ ਵੀ ਅਸੀਂ ਕਰਮ ਕਰਦੇ ਹਾਂ ਸੰਸਾਰ ਵਿੱਚ ਨਾ, ਉਹਦੇ ਨਾਲ ਸਾਡੇ ਅੰਦਰ ਹੋਮੈ ਆਉਂਦੀ ਹੈ ਅਤੇ ਉਹ ਅਜਾਈਂ ਚਲੇ ਜਾਂਦੇ ਕਰਮ। ਉਹ ਸਾਡੇ ਦਰਗਾਹ ਦੇ ਵਿੱਚ ਫਾਇਦੇਮੰਦ ਨਹੀਂ। ਅਵਰ ਦਿਨ ਕਾਹੂ ਕਾਜ ਨਾ ਲਾਏ। ਬਾਕੀ ਜਿਹੜੇ ਦਿਨ ਅਸੀਂ ਬਿਤਾਉਂਦੇ ਹਾਂ ਨਾ ਸੰਸਾਰ ਵਿੱਚ, ਇਸ ਤਰੀਕੇ ਦੇ ਨਾਲ ਕਿ ਮਾਇਆ ਦੇ ਵਿੱਚ ਅਸੀਂ ਘੁੰਮੇ ਫਿਰਨਾ, ਕੰਮਕਾਰ ਮਾਇਆ ਦੇ ਕਰੀ ਜਾਣੇ ਆ, ਪੈਸਾ ਇਕੱਠਾ ਕਰਨਾ, ਜੋ ਵੀ ਅਸੀਂ ਕੰਮ ਕਰਦੇ ਹਾਂ ਦ੍ਰਿਸ਼ਟਮਾਨ ਦੇ, ਜੋ ਸਾਨੂੰ ਭਗਤੀ ਤੋਂ ਵਾਂਝਾ ਰੱਖਦਾ, ਉਹ ਸਾਡੇ ਕੰਮ ਦੇ ਨਹੀਂ ਹੈ, ਸਾਡੇ ਫਾਇਦੇ ਦੇ ਨਹੀਂ। ਮਹਾਰਾਜ ਕਹਿੰਦੇ ਆ, ਸੋ ਦਿਨ ਮੋਕੋ ਦੀਜੈ ਪ੍ਰਭ ਜੀਓ, ਜਾ ਦਿਨ ਹਰ ਜਸ ਗਾਏ। ਕਹਿੰਦੇ, ਹੇ ਪ੍ਰਭੂ ਪਰਮਾਤਮਾ, ਕਿਰਪਾ ਕਰੋ, ਮੈਨੂੰ ਉਹ ਦਿਨ ਬਖਸ਼ੋ ਜਿਸ ਦੇ ਵਿੱਚ ਤੁਹਾਡਾ ਮੈਂ ਜਸ ਗਾਵਾਂ। ਇਹ ਜਿਹੜੀ ਸੰਗਤ ਸਾਨੂੰ ਮਿਲਦੀ ਆ, ਜਿਹੜਾ ਅਸੀਂ ਅਕਾਤ ਦਾ ਭੇਦ ਲੈਂਦੇ ਹਾਂ ਜਾਂ ਅਕਾਤੀ ਕਹਾਣੀ ਸੁਣਦੇ ਹਾਂ, ਕਰਦੇ ਹਾਂ, ਹਰੀ ਰਸ, ਹਰੀ ਦੀ ਉਪਮਾ, ਹਰੀ ਦੀ ਉਸਤਤ ਕਰਦੇ ਹਾਂ, ਇਹ ਸਾਡੇ ਫਾਇਦੇਮੰਦ ਆ। ਅਤੇ ਦਰਗਾਹ ਦੇ ਵਿੱਚ ਜਦੋਂ ਅਸੀਂ ਜਾਣਾ ਆ, ਸਾਡਾ ਮੁੱਖ ਉੱਥੇ ਉਜਲ ਹੁੰਦਾ ਆ, ਇਸ ਭਗਤੀ ਕਾਰਨ, ਸਿਮਰਨ ਕਾਰਨ, ਹਰੀ ਦੇ ਜਸ ਗਾਉਣ ਕਾਰਨ। ਇਹ ਜਿਹੜਾ ਹਰੀ ਦਾ ਨਾਮ ਆ, ਜਿਸ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਜਿਸ ਲਈ ਅਸੀਂ ਇੰਨਾ ਮਿਹਨਤ ਕਰਦੇ ਹਾਂ, ਅਭਿਆਸ ਕਰਦੇ ਹਾਂ, ਉਹ ਸਾਡੇ ਲਈ ਦਵਾਈ ਆ, ਦਾਰੂ ਆ। ਨਾਮ ਜਿਹੜਾ ਆ, ਉਸ ਦੇ ਵਿੱਚੋਂ ਸਾਨੂੰ ਮਿਲਦੀ ਹੈ ਸਾਡੇ ਮਨ ਦੀ ਖੁਰਾਕ, ਜਿਸ ਨੂੰ ਅੰਮ੍ਰਿਤ ਰਸ, ਬ੍ਰਹਮ ਰਸ, ਹਰ ਰਸ ਕਿਹਾ ਹੋਇਆ ਹੈ। ਮਹਾਰਾਜ ਕਹਿੰਦੇ ਆ, ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਹੋ ਲਾਇਓ।
ਕਿ ਹਰੀ ਦਾ ਨਾਮ ਅੰਮ੍ਰਿਤ ਆ, ਅਤੇ ਕਹਿੰਦੇ ਦਾਰੂ ਇਹ ਲਾਇਓ, ਕਿ ਤੁਸੀਂ ਇਹ ਦਾਰੂ ਦਾ ਇਸਤੇਮਾਲ ਕਰੋ ਕਿ ਤੁਹਾਡੇ ਜਿਹੜੇ ਦੁੱਖ ਆ ਇਹ ਦੂਰ ਹੋ ਜਾਣ। ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਸਮਝਾ ਦਿੱਤਾ ਕਿ ਦੁੱਖ ਜਿਹੜਾ ਹੈ ਸੰਸਾਰ ਦਾ ਇੱਕ ਜ਼ਹਿਰ ਆ। ਇਹ ਜ਼ਹਿਰ ਨੂੰ ਕੱਟਣ ਵਾਸਤੇ, ਖਤਮ ਕਰਨ ਵਾਸਤੇ ਹਰੀ ਦਾ ਨਾਮ ਸਾਡੇ ਲਈ ਦਾਰੂ ਆ। ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਸਮਝਾ ਦਿੱਤਾ ਕਿ ਇਹੀ ਅੰਮ੍ਰਿਤ ਜਿਹੜਾ ਸਾਨੂੰ ਮਿਲਦਾ ਹੈ, ਰਸ ਮਿਲਦਾ ਹੈ ਨਾਮ ਦੇ ਵਿੱਚੋਂ, ਇਹ ਸਾਡੇ ਮਨ ਦੀ ਅਸਲੀ ਖੁਰਾਕ ਆ। ਇਸ ਤੋਂ ਬਗੈਰ ਸਾਡਾ ਮਨ ਜਿਹੜਾ ਆ ਕਮਜ਼ੋਰ ਹੋ ਜਾਂਦਾ ਆ। ਮਹਾਰਾਜ ਦੱਸਦੇ ਨੇ ਕਿ ਮਨ ਕਾ ਤੋਸਾ ਹਰ ਨਾਮ ਹੈ, ਹਿਰਦੈ ਰਖੋ ਸਮਾਲ, ਇਹੋ ਖਰਚ ਅਖੁਟ ਹੈ ਗੁਰਮੁਖ ਨਿਭੈ ਨਾਲ। ਕਿ ਇਹ ਸਾਡੇ ਮਨ ਦੀ ਅਸਲੀ ਖੁਰਾਕ ਆ। ਇਹ ਰਸ ਜੇ ਸਾਨੂੰ ਮਿਲ ਜਾਏ, ਸਾਡਾ ਮਨ ਜਿਹੜਾ ਬਲੀ ਹੋ ਜਾਂਦਾ ਆ। ਗੁਰਮੁਖ ਜਨ ਕੀ ਕਰਦੇ ਆ, ਉਹ ਇਸ ਰਸ ਨੂੰ ਸੰਭਾਲ ਕੇ ਰੱਖਦੇ ਆ, ਉਹ ਹਰ ਵਕਤ ਇਸ ਨੂੰ ਚੱਖਦੇ ਨੇ। ਹੁਣ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਜਿਹੜਾ ਦੁੱਖ ਆ ਉਹ ਜ਼ਹਿਰ ਆ। ਜ਼ਹਿਰ ਨੂੰ ਮਾਰਨ ਵਾਸਤੇ ਹਰੀ ਦਾ ਨਾਮ ਹੈ। ਮਹਾਰਾਜ ਕਹਿੰਦੇ ਆ ਦੁੱਖ ਮੋਹਰਾ ਮਾਰਨ ਹਰ ਨਾਮ। ਦੁੱਖ ਜਿਹੜਾ ਇਹ ਜ਼ਹਿਰ ਆ, ਇਸ ਨੂੰ ਮਾਰਨ ਵਾਸਤੇ ਹਰੀ ਦਾ ਨਾਮ ਆ। ਹਰੀ ਦੇ ਨਾਮ ਐਂਟੀਡੋਟ ਆ, ਦਵਾਈ ਆ। ਇਹ ਹਰੀ ਦਾ ਨਾਮ ਐਸੀ ਦਵਾਈ ਆ ਜੋ ਜ਼ਹਿਰ ਨੂੰ ਕੱਟ ਦਿੰਦਾ, ਦੁੱਖ ਨੂੰ ਕੱਟ ਦਿੰਦਾ। ਅਤੇ ਇਸ ਨੂੰ ਪ੍ਰਾਪਤ ਕਰਨ ਵਾਸਤੇ, ਜਿਵੇਂ ਤੁਸੀਂ ਦੇਖੋਗੇ ਦ੍ਰਿਸ਼ਟਮਾਨ ਰੂਪ ਦੇ ਵਿੱਚ ਜਿਹਨੇ ਦਵਾਈ ਤਿਆਰ ਕਰਨੀ ਆ, ਉਹ ਜੜੀਆਂ ਬੂਟੀਆਂ ਪੀਸਦੇ ਨੇ। ਮਹਾਰਾਜ ਕਹਿੰਦੇ ਕਿ ਅਸੀਂ ਵੀ ਪੀਸਣਾ ਆ। ਕਿਵੇਂ? ਅਸੀਂ, ਮਹਾਰਾਜ ਨੇ ਦੱਸਿਆ ਹੋਇਆ ਕਿ ਸਿਲਾ ਸੰਤੋਖ ਪੀਸਣ ਹੱਥ ਦਾਨ, ਕਿ ਸੰਤੋਖ ਦੀ ਸਿਲਾ ਦਾ ਇਸਤੇਮਾਲ, ਪੱਥਰ ਦਾ ਇਸਤੇਮਾਲ ਕਰਨਾ। ਸੰਤੋਖ ਅਰਥਾਤ ਕਿ ਅੰਦਰ ਧਾਰਨ ਕਰਨਾ, ਅਤੇ ਹੱਥੀਂ ਦਾਨ ਕਰਨਾ ਅਰਥਾਤ ਕਿ ਦਇਆ ਦੇ ਵਿੱਚ ਆ ਕੇ ਦੂਜਿਆਂ ਦਾ ਭਲਾ ਕਰਨਾ। ਇਹ ਹੈ ਪੀਸਣਾ। ਇਸ ਦੇ ਨਾਲ ਸਾਨੂੰ, ਜੇ ਅਸੀਂ ਇਹਨਾਂ ਗੁਣਾਂ ਨੂੰ ਧਾਰਨ ਕਰਾਂਗੇ ਅੰਦਰ, ਅਤੇ ਅਸੀਂ ਨਾਮ ਤੱਕ ਉੱਪੜ ਸਕਦੇ ਹਾਂ ਜੋ ਇਸ ਤ੍ਰਿਲੋਕੀ ਤੋਂ, ਤ੍ਰੈ ਗੁਣਾ ਤੋਂ ਉੱਪਰ ਆ। ਅਤੇ ਜਦੋਂ ਅਸੀਂ ਇਸ ਨਾਮ ਦਵਾਈ ਨੂੰ ਪ੍ਰਾਪਤ ਕੀਤਾ, ਇਹ ਪ੍ਰਗਟ ਹੋਈ ਅੰਦਰੋਂ। ਮਹਾਰਾਜ ਕਹਿੰਦੇ ਆ ਨਿਤ ਨਿਤ ਲੇਹੋ ਨਾ ਛੀਜੈ ਦੇਹ, ਕਿ ਇਸ ਨੂੰ ਅਸੀਂ ਰੋਜ਼ ਇਸਤੇਮਾਲ ਕਰਨਾ, ਇਸ ਦਵਾਈ ਨੂੰ, ਨਾਮ ਨੂੰ, ਅਤੇ ਸਾਡੀ ਦੇਹ ਦਾ ਫਿਰ ਕਦੇ ਨੁਕਸਾਨ ਨਹੀਂ ਹੋਊਗਾ। ਹੁਣ ਇਹ ਜਿਹੜਾ ਸੰਤੋਖ ਦੁਆਰਾ ਅਸੀਂ ਪੱਥਰ ਸੰਤੋਖ ਦਾ ਵਰਤ ਕੇ ਪੀਸਦੇ ਹਾਂ, ਇਹ ਆਪਣੇ ਮਨ ਨੂੰ ਅਸੀਂ ਕੰਟਰੋਲ 'ਚ ਲਿਆ ਰਹੇ ਹਾਂ। ਇਹਨੂੰ ਅਸੀਂ ਕੁੱਟ ਰਹੇ ਹਾਂ ਗੁਰਮੰਤਰ ਦੁਆਰਾ, ਸ਼ਬਦ ਦੁਆਰਾ। ਉਹ ਅੰਦਰੋਂ ਫਿਰ ਨਾਮ, ਜਿਸ ਦੁਆਰਾ ਸਾਨੂੰ ਹਰ ਰਸ ਬ੍ਰਹਮ ਰਸ ਮਿਲਣਾ ਆ, ਉਹ ਨਾਮ, ਉਹ ਸ਼ਬਦ ਜੋ ਸਾਡੀ ਭਾਸ਼ਾ ਦੇ ਵਿੱਚ ਨਹੀਂ, ਜਿਸ ਨੂੰ ਅਨਹਦ ਕਹਿ ਦਿੱਤਾ, ਉਹ ਅੰਦਰੋਂ ਪ੍ਰਗਟ ਹੁੰਦਾ। ਮਹਾਰਾਜ ਕਹਿੰਦੇ ਨਿਤ ਨਿਤ ਲੇਹੋ ਨਾ ਛੀਜੈ ਦੇਹ, ਅੰਤ ਕਾਲ ਜਮ ਮਾਰੈ ਠੇ। ਜੇਕਰ ਅਸੀਂ ਇਸ ਦਵਾਈ ਦਾ ਇਸਤੇਮਾਲ ਨਹੀਂ ਕਰਦੇ, ਕੀ ਹੋਣਾ ਹੈ ਕਿ ਜਿਹੜੇ ਐਂਡ 'ਤੇ ਜਮ ਹੋਣੇ ਆ, ਉਹਨਾਂ ਨੇ ਸਾਨੂੰ ਖਤਮ ਕਰ ਦੇਣਾ। ਅਸਲ ਵਿੱਚ ਜਮ, ਉਹਨਾਂ ਦੀ ਡਿਊਟੀ ਇਹੀ ਆ ਕਿ ਉਹਨਾਂ ਨੇ ਸਾਡਾ ਸੰਪਰਕ ਜਿਹੜਾ ਆ, ਮਨ ਦਾ ਜਿਹੜਾ ਸੂਖਮ ਆਕਾਰ ਆ, ਇਸ ਅਸਤੂਲ ਆਕਾਰ ਨਾਲੋਂ ਅੱਡ ਕਰਨਾ। ਉਹਨਾਂ ਨੇ ਨਾਭੀ ਤੋਂ ਗੰਢ ਜਿਹੜੀ ਆ ਪਾਉਣ ਦੀ, ਉਹ ਖੋਲ੍ਹਣੀ ਹੁੰਦੀ। ਅਤੇ ਉਹ ਸਿਰ 'ਚ ਜਿਹੜਾ ਮਨਮੁਖ ਆ, ਮਨਮੁਖ ਦੇ ਸਿਰ ਦੇ ਵਿੱਚ ਡੰਡਾ ਮਾਰਦੇ ਆ, ਜਿਹਨੂੰ ਮਹਾਰਾਜ ਕਹਿੰਦੇ ਕਿ ਜਮ ਕੋ ਡੰਡ ਪਰਿਓ ਸਿਰ ਉੱਪਰ ਤਬ ਸੋਵਤ ਤੈ ਜਾਗਿਓ। ਕਿ ਜਮ ਦਾ ਡੰਡ ਜਦੋਂ ਪੈਂਦਾ ਆ ਸਿਰ 'ਤੇ, ਅਤੇ ਜਿਹੜਾ ਸੁੱਤਾ ਪਿਆ ਉਹ ਜਾਗ ਪੈਂਦਾ। ਗੁਰਮੁਖ ਜਨ ਜਿਹੜੇ ਹੁੰਦੇ ਆ, ਉਹ ਪਹਿਲਾਂ ਹੀ ਜਾਗਦੇ ਹੁੰਦੇ ਆ। ਜਾਮਾਂ ਨੇ ਉਹਨਾਂ ਦੇ ਲਾਗੇ ਇੰਨਾ ਕੀ ਆਉਣਾ ਕਿ ਉਹ ਗੰਢ ਖੋਲ੍ਹਣੀ, ਬਸ ਉਹ ਪਾਸੇ ਖੜ੍ਹ ਜਾਂਦੇ ਆ। ਗੁਰਮੁਖ ਜਿਹੜੇ ਆ, ਉਹ ਫਿਰ ਨਾਮ 'ਚ ਸਮਾ ਕੇ ਹਰੀ ਵਿੱਚ ਲੀਨ ਹੋ ਜਾਂਦੇ। ਮਨਮੁਖ ਜਿਹੜੇ ਆ, ਉਹ ਜਦੋਂ ਅੰਦਰੋਂ ਸ਼ਬਦ ਸੁਣਦੇ ਆ, ਉਹ ਭੈ ਭੀਤ ਹੋ ਜਾਂਦੇ, ਕਿਉਂਕਿ ਉਹਨਾਂ ਨੇ ਇੱਦਾਂ ਦੀ ਆਵਾਜ਼ ਨਹੀਂ ਕਦੇ ਸੁਣੀ। ਉਹ ਪਾਸੇ ਹੋ ਜਾਂਦੇ ਅਤੇ ਜਮ ਮਨਮੁਖਾਂ ਨੂੰ ਫਿਰ ਇੱਦਾਂ ਪਕੜ ਕੇ ਲੈ ਜਾਂਦੇ ਆ।
ਤੇ ਮਹਾਰਾਜ ਤੇ ਸਾਨੂੰ ਫਿਰ ਯਾਦ ਕਰਾਉਂਦੇ ਆ ਕਿ ਇਹ ਜਿਹੜਾ ਨਾਮ ਆ, ਇਹ दारू ਆ, ਇਹਦਾ ਇਸਤੇਮਾਲ ਰੋਜ਼ ਕਰੋ, ਨਹੀਂ ਤਾਂ ਜਮਾਂ ਦੇ ਅਸੀਂ ਵਸ ਪੈ ਸਕਦੇ ਹਾਂ। ਐਸਾ दारू ਖਾਏ ਗਵਾਰ, ਕਹਿੰਦੇ ਹੇ ਗਵਾਰ ਮੂਰਖ, ਇੱਦਾਂ ਦੀ ਦਵਾਈ ਦਾ ਇਸਤੇਮਾਲ ਤੂੰ ਕਰ, ਇਸ ਨੂੰ ਖਾ, ਜਿਤ ਖਾਧੈ ਤੇਰੇ ਜਾਹੇ ਵਿਕਾਰ ਰਹਾਓ। ਕਹਿੰਦੇ ਕਿ ਜੇ ਤੂੰ ਇਹਨੂੰ ਖਾਊਂਗਾ ਨਾ, ਤੇਰੇ ਅੰਦਰੋਂ ਜਿਹੜੇ ਵਿਕਾਰ ਆ, ਜਿਸ ਵਿਕਾਰਾਂ ਕਾਰਨ ਤੂੰ ਮੂਰਖ ਗਿਣਿਆ ਜਾਂਦਾ ਆ, ਉਹ ਵਿਕਾਰ ਖਤਮ ਹੋ ਜਾਣਗੇ। ਫਿਰ ਮਹਾਰਾਜ ਸਾਨੂੰ ਦੱਸਦੇ ਆ, ਰਾਜ ਮਾਲ ਜੋਬਨ ਸਭ ਸ਼ਾਮ, ਕਿ ਦ੍ਰਿਸ਼ਟਮਾਨ ਦੇ ਵਿੱਚ ਸਾਨੂੰ ਜੋ ਦਿਸਦਾ ਹੈ ਨਾ, ਇਹ ਮਾਇਆ ਦਾ ਰਾਜ ਹੋਵੇ, ਮਾਲ ਹੋਵੇ, ਪਦਾਰਥ ਹੋਵੇ, ਜੋਬਨ ਜਵਾਨੀ ਹੋਵੇ, ਇਹ ਸਾਰੇ ਪਰਛਾਵੇਂ ਦੀ ਨਿਆਈ ਆ, ਛਾਂ ਆ, ਇਹਨਾਂ ਨੇ ਖਤਮ ਹੋਣਾ ਹੈ। ਇਹਨਾਂ ਦੇ ਨਾਲ ਅਸੀਂ ਚਿੱਤ ਨਹੀਂ ਲਾਉਣਾ। ਰਾਜ ਮਾਲ ਜੋਬਨ ਰਥ ਫਿਰਿੰਦਾ ਦੀਸੇ ਥਾਵ, ਜਦੋਂ ਸੂਰਜ ਚੜ੍ਹਦਾ ਆ, ਫਿਰ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ। ਇਹ ਜਿਹੜੀ ਛਾਂ ਆ, ਇਹ ਖਤਮ ਹੋ ਜਾਂਦੀ ਆ, ਚਲੀ ਜਾਂਦੀ ਆ। ਇੱਦਾਂ ਹੀ ਸਾਡਾ ਜਿਹੜਾ ਮਨ ਆ, ਇੱਥੇ ਇਸ ਮਾਇਆ ਦੇ ਦੇਸ਼ ਦੇ ਵਿੱਚ ਆਇਆ ਆ। ਜਦੋਂ ਇਸ ਦੇਸ਼ ਦੇ ਵਿੱਚ ਇਹ ਹਨੇਰੇ 'ਚ ਆ, ਜਦੋਂ ਪ੍ਰਕਾਸ਼ ਹੁੰਦਾ, ਚਾਨਣ ਹੁੰਦਾ ਆ, ਤੇ ਫਿਰ ਅਸਲੀਅਤ ਦਾ ਪ੍ਰਤੱਖ ਪਤਾ ਲੱਗਦਾ ਹੈ। ਹਨੇਰੇ 'ਚ ਨਹੀਂ ਕਦੇ ਪਤਾ ਲੱਗਦਾ। ਫਿਰ ਮਹਾਰਾਜ ਦੱਸਦੇ ਆ, ਜਦੋਂ ਇਹਦਾ ਪ੍ਰਕਾਸ਼ ਹੁੰਦਾ ਹੈ ਨਾ, ਜਿਸ ਘਰ ਦੇ ਵਿੱਚ ਜਾਣਾ ਹੈ ਅਸੀਂ, ਕਹਿੰਦੇ ਉੱਥੇ ਸਾਡਾ ਸਰੀਰ ਨਹੀਂ ਨਾਲ ਜਾਣਾ। ਜਿਹੜਾ ਸਾਡੇ ਇੱਥੇ ਵਡਿਆਈ ਆ, ਸਾਡਾ ਨਾਮ ਅਸੀਂ ਕਮਾਇਆ ਹੋਇਆ ਦੁਨੀਆ ਦੇ ਵਿੱਚ, ਜਾਂ ਜਿਸ ਅਸੀਂ ਜਾਤ ਪਾਤ ਨਾਲ ਸੰਬੰਧ ਰੱਖਦੇ ਹਾਂ, ਕੁਲ ਨਾਲ ਸੰਬੰਧ ਰੱਖਦੇ ਹਾਂ, ਉਹ ਨਾਲ ਨਹੀਂ ਸਾਡੇ ਜਾਂਦਾ। ਮਹਾਰਾਜ ਕਹਿੰਦੇ ਦੇਹ ਨਾ ਨਾਉ ਨਾ ਹੋਵੇ ਜਾਤ, ਉਥੈ ਦੇਹੋ ਐਥੈ ਸਭ ਰਾਤ। ਕਹਿੰਦੇ ਉਸ ਇਲਾਕੇ ਦੇ ਵਿੱਚ ਸਿਰਫ ਦਿਨ ਆ ਚੜ੍ਹਿਆ ਰਹਿੰਦਾ, ਹਰ ਵਕਤ ਹੀ ਉੱਥੇ ਪ੍ਰਕਾਸ਼ ਆ। ਪਰ ਮਾਇਆ ਦੇ ਦੇਸ਼ ਦੇ ਵਿੱਚ ਐਥੈ ਸਭ ਰਾਤ, ਇੱਥੇ ਹਮੇਸ਼ਾ ਹਨੇਰਾ ਆ। ਹਨੇਰੇ ਦੇ ਵਿੱਚ ਅਸੀਂ ਭੁਲੇਖਾ ਪਾ ਰਹੇ ਹਾਂ ਆਪਣੇ ਮਨ ਨੂੰ, ਇਸ ਮਾਇਆ ਦੇ ਨਾਲ ਮੋਹ ਪਾ ਕੇ, ਕਿ ਇਹ ਜੋ ਵੀ ਅਸੀਂ ਦੇਖਦੇ ਹਾਂ, ਰਾਜ ਮਾਲ ਜੋਬਨ ਜਵਾਨੀ, ਇੱਥੇ ਦੇ ਪਦਾਰਥ ਧਨ, ਅਸੀਂ ਪਰਿਵਾਰ ਨੂੰ ਵੀ ਅਸਲੀ ਸਮਝੀ ਜਾਂਦੇ ਹਾਂ ਕਿ ਸਾਡੇ ਆ। ਪਰ ਮਹਾਰਾਜ ਨੇ ਸਾਨੂੰ ਦੱਸਿਆ ਕਿ ਇਹ ਸਾਰੇ ਇੱਕ ਮਾਇਆ ਦੀ ਖੇਡ ਆ, ਅਸਲੀ ਨਹੀਂ। ਫਿਰ ਮਹਾਰਾਜ ਸਾਨੂੰ ਦੱਸਦੇ, ਕਹਿੰਦੇ ਸਾਧ ਕਰ ਸਮਦਾਂ ਤ੍ਰਿਸ਼ਨਾ ਘਿਓ ਤੇਲ। ਕਹਿੰਦੇ ਜਿਹੜੇ ਸਾਡੇ ਸਵਾਦ ਆ ਨਾ, ਦ੍ਰਿਸ਼ਟਮਾਨ ਮਾਇਆ ਲਈ ਪੈ ਗਏ, ਇਹਨਾਂ ਨੂੰ ਆਪਣਾ ਬਾਲਣ ਬਣਾ ਲਾ। ਤ੍ਰਿਸ਼ਨਾ ਜਿਹੜੀ ਆ, ਇਹਨੂੰ ਤੇਲ ਬਣਾ ਲਾ, ਘਿਓ ਤੇਲ ਬਣਾ ਲਾ। ਕਾਮ ਕ੍ਰੋਧ ਅਗਨੀ ਸਿਉ ਮੇਲ, ਜਿਹੜੇ ਕਾਮ ਆ, ਕ੍ਰੋਧ ਆ ਸਾਡੇ ਅੰਦਰ, ਇਹ ਅਗਨ ਦੇ ਵਿੱਚ ਜਲਾ ਦੇ। ਹੁਣ ਇਹ ਕਿਵੇਂ ਕੀਤਾ ਜਾਏ? ਸਾਡੇ ਜਿਹੜੇ ਸਵਾਦ ਆ ਬਾਹਰਲੇ, ਜਿਸ ਦੁਆਰਾ ਸਾਡੀ ਰਸਨਾ ਸੌਂ ਗਈ ਹੈ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਅਸੀਂ ਦ੍ਰਿਸ਼ਟਮਾਨ ਭੇਖ ਕੇ ਸਾਡੀਆਂ ਅੱਖਾਂ ਸੌਂ ਗਈਆਂ, ਦ੍ਰਿਸ਼ਟਮਾਨ ਸੁਣ ਕੇ ਨਿੰਦਿਆ ਚੁਗਲੀ, ਸਾਡੇ ਕੰਨ ਸੌਂ ਗਏ। ਆ ਜਿਹੜੇ ਮਾਇਆ ਦੇ ਦੇਸ਼ ਦੇ ਸਵਾਦ ਆ, ਇਹਨਾਂ ਨੂੰ ਚੱਖ ਕੇ ਸਾਡੀ ਰਸਨਾ ਸੌਂ ਗਈ। ਮਹਾਰਾਜ ਕਹਿੰਦੇ ਆ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਨ ਸੋਏ ਸੁਨ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਵਿਸਮਾਦ। ਕਹਿੰਦੇ ਕਿ ਜਿਹੜੇ ਇਹ ਸਵਾਦ ਆ ਨਾ, ਸਾਡੇ ਰਸਨਾ ਨੂੰ ਪੈ ਇੱਥੇ ਬਾਹਰਲੇ, ਇਹ ਸਵਾਦ ਜਿਹੜਾ ਆ, ਇਹ ਅਸੀਂ ਆਪਣੇ ਅੰਦਰ ਜਿਹੜਾ ਰਸ, ਅੰਮ੍ਰਿਤ ਰਸ ਆ, ਬ੍ਰਹਮ ਰਸ ਆ, ਹਰ ਰਸ ਆ, ਉਹ ਸਵਾਦ ਵੱਲ ਨੂੰ ਧਿਆਨ ਦੇਣਾ। ਬਾਹਰਲੇ ਸਵਾਦ ਨੂੰ ਛੱਡ ਕੇ ਅੰਦਰਲੇ ਸਵਾਦ ਨੂੰ ਲੈਣਾ, ਜੋ ਸਾਨੂੰ ਪ੍ਰਾਪਤ ਹੁੰਦਾ ਆ ਹਰੀ ਦੇ ਨਾਮ ਰਾਹੀਂ। ਜਿਸ ਤ੍ਰਿਸ਼ਨਾ ਦੁਆਰਾ ਅਸੀਂ ਇਸ ਜਗਤ ਦੇ ਵਿੱਚ ਲਾਲਚ ਵਿੱਚ ਫਿਰਦੇ ਹਾਂ ਕਿ ਸਾਨੂੰ ਆਹ ਪਦਾਰਥ ਹੋਣਾ ਚਾਹੀਦਾ, ਸਾਨੂੰ ਆਹ ਚਾਹੀਦਾ ਆ, ਉਹ ਤ੍ਰਿਸ਼ਨਾ ਨੂੰ ਬਾਹਰੋਂ ਹਟਾ ਕੇ ਸਾਡੇ ਮਨ 'ਚ ਇਹੀ ਆਸ ਹੋਵੇ ਕਿ ਅਸੀਂ ਪ੍ਰਮਾਤਮਾ ਨਾਲ ਮਿਲਾਪ ਕਰਨਾ ਹੈ, ਉਹ ਵੀ ਅੰਤਰਗਤ ਲੈ ਜਾਣਾ। ਉਸ ਤ੍ਰਿਸ਼ਨਾ ਨੂੰ ਤੇਲ ਦੀ ਨਿਆਈ,
ਇਵੇਂ ਹੀ ਦ੍ਰਿਸ਼ਟਮਾਨ ਦੇ ਵਿੱਚ ਤੁਸੀਂ ਦੇਖੋਗੇ ਇੱਦਾਂ ਜਿਹੜੇ ਹਵਨ ਕਰਦੇ ਆ ਉਹ ਬਾਲਣ ਦਾ ਇਸਤੇਮਾਲ ਕਰਦੇ ਆ, ਘਿਓ ਤੇਲ ਦਾ ਇਸਤੇਮਾਲ ਕਰਦੇ ਆ, ਅਤੇ ਅਗਨ ਦੇ ਵਿੱਚ ਉਹ ਵੱਖ-ਵੱਖ ਵਸਤੂਆਂ ਪਾਉਂਦੇ ਆ। ਇੱਦਾਂ ਹੀ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਇਹ ਹਵਨ ਜਿਹੜਾ ਹੈ, ਹੋਮ ਜਗ ਜਿਹੜਾ ਆ, ਇਹ ਅੰਤਰਗਤ ਇਸ ਤਰੀਕੇ ਨਾਲ ਕਰਨਾ। ਉਹ ਅਗਨ ਕਿਹੜੀ ਫਿਰ ਪ੍ਰਗਟ ਹੋਊਗੀ? ਉਹ ਹੈ ਬ੍ਰਹਮ ਅਗਨ, ਜੋ ਨਾਭ ਘਾਟ ਤੋਂ ਪ੍ਰਗਟ ਹੁੰਦੀ ਹੈ, ਧਰਨ ਤੋਂ ਪ੍ਰਗਟ ਹੁੰਦੀ ਆ, ਜਿਹਨੂੰ ਮਹਾਰਾਜ ਕਹਿੰਦੇ ਬ੍ਰਹਮ ਅਗਨੀ ਕਾਲ ਜਾਲ ਬ੍ਰਹਮ ਅਗਨੀ ਜਾਰੇ, ਕਿ ਕਾਲ ਦਾ ਜਿਹੜਾ ਜਾਲ ਆ ਸਾਡੇ ਇਹਨਾਂ ਗਿਆਨ ਇੰਦਰੀਆਂ ਦੇ ਉੱਪਰ ਪਾਇਆ ਹੋਇਆ, ਇਹ ਬ੍ਰਹਮ ਅਗਨ ਜਾਲ ਦਿੰਦੀ ਆ। ਕਿ ਇੱਦਾਂ ਹੀ ਉਹ ਤ੍ਰਿਸ਼ਨਾ ਨੂੰ ਅੰਤਰਗਤ ਲੈ ਗਏ ਕਿ ਆਸ ਇੱਕ ਹੀ ਰੱਖ ਲੈਣੀ ਕਿ ਪ੍ਰਮਾਤਮਾ ਨਾਲ ਮਿਲਾਪ ਕਰਨਾ। ਬਾਹਰਲੇ ਸਵਾਦਾਂ ਨੂੰ ਫਿੱਕੇ ਸਮਝ ਕੇ ਅਸੀਂ ਅੰਦਰਲੇ ਹਰੀ ਦੇ ਰਸ ਦਾ ਸਵਾਦ ਚੱਖਣ ਲਈ ਆਪਣਾ ਸਵਾਦ ਅੰਦਰ ਧਿਆਨ ਦਵਾ ਦਿੱਤਾ। ਕਾਮ ਕ੍ਰੋਧ ਜਿਹੜਾ ਆ, ਇਹਨਾਂ ਨੂੰ ਉਸ ਅਗਨ ਦੇ ਵਿੱਚ ਅਸੀਂ ਸਿੱਟ ਦਿੱਤਾ। ਕਹਿੰਦੇ ਹੋਮ ਜਗ ਅਰ ਪਾਠ ਪੁਰਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਕਹਿੰਦੇ ਇਹ ਆ ਅਸਲੀ ਹੋਮ ਜਗ ਜਿਹੜਾ ਅਸੀਂ ਕਰਨਾ। ਇਹ ਪਾਠ ਪੁਰਾਣ ਪੜ੍ਹਨ ਦਾ ਪ੍ਰੈਕਟੀਕਲ ਆ। ਇਹ ਹੈ ਜੋ ਸਿੱਖਿਆ ਅਸੀਂ ਲੈ ਕੇ ਅਸੀਂ ਅੰਤਰਗਤ ਪ੍ਰਮਾਤਮਾ ਨਾਲ ਮਿਲਾਪ ਕਰਨਾ। ਕਹਿੰਦੇ ਜੋ ਤਿਸ ਭਾਵੈ ਸੋ ਪ੍ਰਵਾਨ, ਜੋ ਫਿਰ ਪ੍ਰਮਾਤਮਾ ਕਰਦਾ ਆ ਉਹ ਗੁਰਸਿੱਖ ਨੂੰ, ਗੁਰਮੁਖ ਨੂੰ ਪ੍ਰਵਾਨ ਆ। ਫਿਰ ਕਹਿੰਦੇ ਤਪ ਕਾਗਦ ਤੇਰਾ ਨਾਮ ਨਿਸ਼ਾਨ। ਕਹਿੰਦੇ ਕਿ ਜਿਹੜੇ ਅਸੀਂ ਘਾਲਣਾ ਘਾਲਦੇ ਹਾਂ, ਉਦਮ ਕਰਦੇ ਹਾਂ, ਇਹ ਕਾਗਜ਼ ਆ। ਜਿਹੜਾ ਨਾਮ ਆ ਪ੍ਰਮਾਤਮਾ ਦਾ, ਉਹ ਪ੍ਰਮਾਤਮਾ ਦੀ ਨਿਸ਼ਾਨੀ ਆ, ਨਿਸ਼ਾਨ ਆ, ਜਿਹਨੂੰ ਮਹਾਰਾਜ ਕਹਿੰਦੇ ਪੰਜ ਸ਼ਬਦ ਤੁਨ ਘਾਰ ਤੁਨ ਤੈ ਬਾਜੈ ਸ਼ਬਦ ਨਿਸ਼ਾਨ। ਫਿਰ ਕਹਿੰਦੇ ਕਿ ਜਿਹਨੇ ਇਹ ਕਾਗਜ਼ 'ਤੇ ਲਿਖ ਲਿਆ ਨਾ ਨਿਸ਼ਾਨ, ਆਪਣੇ ਅੰਦਰ ਧਾਰਨ ਕਰ ਲਿਆ, ਜਿਨ ਕੋਲ ਲਿਖਿਆ ਇਹੋ ਨਿਦਾਨ। ਇਹ ਨਿਦਾਨ ਖਜ਼ਾਨਾ ਹੁੰਦਾ ਆ, ਅਤੇ ਇਹ ਖਜ਼ਾਨਾ ਹੈ ਨਾਮ ਦਾ। ਜਿਹਨੇ ਇਹ ਲਿਖ ਲਿਆ ਸੇ ਧਨਵੰਤ ਦਿਸੈ ਘਰ ਜਾਏ। ਉਹ ਜਦੋਂ ਘਰ ਨੂੰ ਪਹੁੰਚਦਾ ਹੈ ਨਾ, ਉਹਨੂੰ ਧਨਵੰਤ ਉੱਥੇ ਗਿਣਿਆ ਜਾਂਦਾ। ਜਿਵੇਂ ਅਸੀਂ ਬਾਹਰ ਧਨ ਇਕੱਠਾ ਕਰਨ 'ਤੇ ਹੋਏ ਹਾਂ, ਦਰਗਾਹ ਦੇ ਵਿੱਚ ਉਹਨੂੰ ਮਾਨਤਾ ਨਹੀਂ ਹੈ। ਜਿਹੜੇ ਜੀਵ ਨੇ ਇਹ ਨਾਮ ਪ੍ਰਾਪਤ ਕੀਤਾ, ਉਹਨੂੰ ਧਨਵੰਤ ਗਿਣਿਆ ਜਾਂਦਾ ਦਰਗਾਹ ਦੇ ਵਿੱਚ। ਨਾਨਕ ਜਨਨੀ ਧਨੀ ਮਾਏ, ਕਹਿੰਦੇ ਉਹਦੀ ਮਾਤਾ ਜਿਸ ਨੇ ਉਹਨੂੰ ਜਨਮ ਦਿੱਤਾ ਉਹ ਧਨ ਆ। ਹੁਣ ਇੱਥੇ ਸੁਣ ਲਿਆ ਕਿ ਨਾਮ ਦਾ ਅਰਥ ਆਇਆ ਇੱਕ ਜਗ੍ਹਾ ਕਿ ਦੇ ਨਾ ਨਾਉ ਨਾ ਹੋਵੇ ਜਾਤ, ਕਿ ਉੱਥੇ ਜਿਹੜੇ ਸਾਡੇ ਦੁਨਿਆਵੀ ਤੌਰ 'ਤੇ ਅਸੀਂ ਨਾਮ ਕਮਾਉਂਦੇ, ਵਡਿਆਈ ਕਮਾਉਂਦੇ ਆ ਸੰਸਾਰ ਵਿੱਚ, ਇਹ ਉੱਥੇ ਗਾਹ ਨਹੀਂ ਜਾਣੇ। ਹੁਣ ਜੇਕਰ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਧਿਆਨ ਦੇ ਨਾਲ, ਅਤੇ ਉਹ ਜਿਵੇਂ ਮਹਾਰਾਜ ਨੇ ਦੱਸਿਆ ਹੁੰਦਾ, ਉਹ ਫਿਰ ਅਸੀਂ ਪ੍ਰੈਕਟੀਕਲ ਤੌਰ 'ਤੇ ਸਮਝ ਸਕਦੇ ਕਿ ਇੱਥੇ ਨਾਉ ਕਿਹਾ ਹੋਇਆ, ਪਰ ਉਸ ਨਾਮ ਦੀ ਗੱਲ ਨਹੀਂ ਕੀਤੀ ਜੋ ਪ੍ਰਮਾਤਮਾ ਦੇ ਸ਼ਬਦ ਦੀ ਹੈ। ਇੱਥੇ ਕੀਤੀ ਹੋਈ ਜਿਹੜਾ ਨਾਂ ਸਾਡੇ ਦੇਹ ਦੇ ਨਾਲ ਜੁੜਿਆ ਹੋਇਆ, ਸਾਡੀ ਜਾਤ ਦੇ ਨਾਲ ਜੁੜਿਆ ਹੋਇਆ, ਉੱਥੇ ਨਾਉ ਕਿਹਾ ਹੋਇਆ। ਹੁਣ ਜਦੋਂ ਅਸੀਂ ਗੁਰਬਾਣੀ ਦੀ ਤਾਂ ਵਿਆਖਿਆ ਕਰਦੇ ਹਾਂ ਬੜਾ ਸੋਚ ਸਮਝ ਕੇ, ਸਹਿਜ ਵਿੱਚ ਵਿਚਾਰ ਕੇ, ਉਹ ਫਿਰ ਸਾਨੂੰ ਵੱਖਰੀ ਸਮਝ ਲੱਗਦੀ ਹੈ। ਜਿਹੜਾ ਵਿਅਕਤੀ ਪ੍ਰੈਕਟੀਕਲ ਨਹੀਂ ਕਰਦਾ, ਉਹਨੂੰ ਸਹਿਜੇ ਕੀਤੇ ਗੁਰਬਾਣੀ ਦੀ ਸਮਝ ਨਹੀਂ ਲੱਗਦੀ। ਮਹਾਰਾਜ ਕਹਿੰਦੇ ਆ ਕਿ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਕਿ ਬਾਣੀ ਨੂੰ ਕੋਈ ਵਿਰਲਾ ਹੀ ਵਿਚਾਰਦਾ ਆ, ਵਿਚਾਰਦਾ ਉਹ ਆ ਜੇ ਉਹ ਗੁਰਮੁਖ ਹੋਵੇ। ਅਤੇ ਇਹ ਬਾਣੀ ਹੈ ਮਹਾਂਪੁਰਖਾਂ ਦੀ ਬਾਣੀ, ਇਹ ਬਾਣੀ ਮਹਾਂਪੁਰਖਾਂ ਦੀ ਬਾਣੀ ਆ, ਇਸ ਦਾ ਨਿਜ ਘਰ ਦੇ ਵਿੱਚ ਵਾਸਾ ਆ। ਹੁਣ ਇਹਦਾ ਮਤਲਬ ਹੋਇਆ ਕਿ ਜੇ ਅਸੀਂ ਗੁਰਬਾਣੀ ਨੂੰ ਸਮਝਣਾ ਆ, ਜੇ ਅਸੀਂ ਗੁਰਬਾਣੀ ਰਾਹੀਂ ਸੇਧ ਲੈਣੀ ਆ, ਅਤੇ ਫਿਰ ਸਾਨੂੰ ਵੀ ਪ੍ਰੈਕਟੀਕਲ ਕਰਨਾ ਪਊਗਾ, ਕਿਉਂਕਿ ਗੁਰਮੁਖ ਹੀ ਇਸ ਨੂੰ ਵਿਚਾਰਦੇ ਆ ਅਤੇ ਸਮਝਦੇ ਆ। ਅਤੇ ਉਹ ਗੁਰਮੁਖ ਕਿੱਥੇ ਜਾ ਕੇ ਮਨ ਬਣਦਾ ਹੈ? ਮਹਾਰਾਜ ਕਹਿੰਦੇ ਗੁਰਮੁਖ ਜਾਏ ਮਿਲੈ ਨਿਜ ਮਹਿਲੀ, ਅਨਹਦ ਸ਼ਬਦ ਬਜਾਵੈ ਗੋ, ਜੀ ਜੰਤ ਸਭ ਸਿਸ਼ਟ ਉਪਾਈ, ਗੁਰਮੁਖ ਸੋਭਾ ਪਾਵੈ ਗੋ। ਕਹਿੰਦੇ ਕਿ ਜਿਹੜੇ ਗੁਰਮੁਖ ਜਾਣਿਆ ਉਹ ਨੇ ਜਿਹੜੇ ਨਿਜ ਮਹਿਲ 'ਚ ਜਾ ਕੇ ਅਨਹਦ ਸ਼ਬਦਾਂ ਨੂੰ ਸੁਣਦੇ ਆ। ਜਿੱਥੇ ਅਨਹਦ ਸ਼ਬਦ ਵੱਜ ਰਿਹਾ ਨਿਜ ਮਹਿਲ ਦੇ ਵਿੱਚ, ਉੱਥੇ ਗੁਰਮੁਖ ਜਾਂਦੇ ਨੇ, ਉੱਥੇ ਗੁਰਮੁਖ ਜਾਂਦੇ ਆ, ਅਤੇ ਗੁਰਮੁਖਾਂ ਦੀ ਲੋਕ ਪਰਲੋਕ ਦੇ ਵਿੱਚ ਸੋਭਾ ਵੀ ਹੁੰਦੀ ਆ। ਗੁਰਮੁਖ ਉਹੀ ਆ ਜਿਹੜਾ
ਇਸ ਤਰੀਕੇ ਦੇ ਨਾਲ ਅਧਿਆਤਮਿਕ ਤੌਰ 'ਤੇ ਅੰਦਰਲਾ ਰਾਹ ਆਪ ਖੋਜਦਾ ਆ, ਉਸ 'ਤੇ ਚੱਲਦਾ ਹੈ, ਦੂਸਰਿਆਂ ਨੂੰ ਫਿਰ ਸੁਣਾਉਂਦਾ ਹੈ। ਮਹਾਰਾਜ ਕਹਿੰਦੇ ਗੁਰਮੁਖ ਹੋਵੇ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਏ। ਕਿ ਬਾਕੀ ਸਾਰਾ ਭਰਮ ਭੁਲੇਖਾ ਆ ਸੰਸਾਰ ਦੇ ਵਿੱਚ, ਕਿ ਜਿਹੜੇ ਗੁਰਮੁਖ ਜਨ ਆ ਉਹ ਅਸਲੀ ਮਾਰਗ 'ਤੇ ਚੱਲਦੇ ਆ, ਕਿਉਂਕਿ ਉਹ ਆਪਣੀ ਕਾਇਆ ਦੀ ਖੋਜ ਕਰਦੇ ਆ। ਇਹ ਖੋਜ ਹੁੰਦੀ ਅਭਿਆਸ ਦੇ ਨਾਲ ਹੈ, ਜਿਹਨੂੰ ਮਹਾਰਾਜ ਕਹਿੰਦੇ ਕਿ ਰਾਮ ਰਾਮ ਬੋਲ ਬੋਲ ਕੇ ਜਿਹੜੇ ਵੱਡੇ ਭਾਗਾਂ ਵਾਲੇ ਆ ਉਹ ਖੋਜਦੇ ਆ। ਰਾਮ ਰਾਮ ਬੋਲ ਬੋਲ ਖੋਜ ਤੇ ਵੱਡੇ ਭਾਗੇ, ਵੱਡੇ ਭਾਗਾਂ ਵਾਲੇ ਉਹ ਨੇ ਜਿਹੜੇ ਰਾਮ ਦਾ ਨਾਮ ਲੈ ਕੇ ਅੰਦਰ ਖੋਜ ਕਰਦੇ ਆ। ਹੁਣ ਉਦਾਹਰਨ ਤੁਹਾਨੂੰ ਦਿੰਦੇ ਆ ਕਿ ਜਿਹੜੇ ਨਹੀਂ ਨਾ ਅਭਿਆਸ ਕਰਦੇ, ਉਹ ਜਦੋਂ ਗੁਰਬਾਣੀ ਦਾ ਅਰਥ ਕਰਨਗੇ ਉਹ ਇਸ ਤਰੀਕੇ ਨਾਲ ਕਰਦੇ ਕਿ ਜ਼ਿਆਦਾਤਰ ਉਹਨਾਂ ਨੇ ਦ੍ਰਿਸ਼ਟਮਾਨ ਮਾਇਆ ਤੱਕ ਸੀਮਿਤ ਰੱਖਣਾ ਗੱਲ, ਕਿਉਂਕਿ ਉਹਨਾਂ ਨੂੰ ਸਮਝ ਨਹੀਂ, ਉਹ ਮਾਇਆ ਦੇ ਵਿੱਚ ਆਪ ਸੁੱਤੇ ਹੁੰਦੇ ਆ, ਅਤੇ ਉਹ ਫਿਰ ਗੁਰਬਾਣੀ ਨੂੰ ਵੀ ਤ੍ਰੈ ਗੁਣਾਂ ਦੇ ਵਿੱਚ ਹੀ ਸਮਝਦੇ ਆ, ਅਤੇ ਉਹਨਾਂ ਨੂੰ ਅਸਲੀ ਅਰਥ ਆਉਂਦਾ ਨਹੀਂ। ਹੁਣ ਤੁਸੀਂ ਵੀ ਕਿਉਂਕਿ ਸੰਗਤ ਕਰ ਰਹੇ ਆ, ਕਈ ਵਾਰੀ ਤੁਹਾਡੇ ਨਾਲ ਵੀ ਕਈ ਗੁਰਮੁਖ ਮਿਲਦੇ ਹੋਣਗੇ ਜੋ ਵੱਖ-ਵੱਖ ਜਥੇਬੰਦੀਆਂ ਨਾਲ, ਵੱਖ-ਵੱਖ ਟਕਸਾਲਾਂ ਨਾਲ ਸੰਬੰਧ ਰੱਖਦੇ ਆ, ਅਤੇ ਤੁਹਾਡਾ ਜੀ ਕਈ ਵਾਰੀ ਕਰਦਾ ਹੁੰਦਾ ਕਿ ਅਸੀਂ ਹਰੀ ਦੀ ਉਸਤਤ ਕਰੀਏ, ਹਰੀ ਦੀ ਗੱਲ ਸੁਣਾਈਏ ਅਗਲੇ ਨੂੰ। ਹੁਣ ਜਿਹੜੇ ਗੁਰਮੁਖ ਜਨ, ਜਗਿਆਸੂ ਜਨ, ਜਿਨ੍ਹਾਂ ਨੇ ਕਿਸੇ ਸੰਤਾਂ ਮਹਾਂਪੁਰਖਾਂ ਦੀ ਸੰਗਤ ਕੀਤੀ ਹੋਵੇ, ਉਹ ਜਗਿਆਸੂ ਜਨ ਉਹ ਛੇਤੀ ਇਸ ਗੱਲ ਨੂੰ, ਜੋ ਨਿਰਗੁਣ ਦੀ ਗੱਲ ਆ, ਅਕਥ ਦਾ ਭੇਦ ਆ, ਉਸ ਨੂੰ ਸਮਝ ਲੈਂਦੇ ਆ। ਕਿਉਂਕਿ ਸੰਤ ਜਨ ਜਿਹੜੇ ਹੁੰਦੇ ਆ ਉਹਨਾਂ ਨੇ ਨਾਮ ਵੱਲ ਨੂੰ ਹਰੇਕ ਨੂੰ ਪ੍ਰੇਰਿਤ ਕਰਨਾ ਹੁੰਦਾ। ਜਿਨ੍ਹਾਂ ਨੇ ਤਾਂ ਕੋਈ ਨਾ ਕੋਈ ਸੰਗਤ ਕੀਤੀ ਹੁੰਦੀ ਹੈ, ਕੋਈ ਜਥੇਬੰਦੀਆਂ ਜਾਂ ਟਕਸਾਲਾਂ, ਉਹ ਜ਼ਿਆਦਾਤਰ ਇਸ ਗੱਲ ਨੂੰ ਫਿਰ ਸਮਝ ਲੈਂਦੇ ਆ ਜਾਂ ਮੰਨ ਲੈਂਦੇ ਆ ਕਿ ਹਾਂ ਵਾਕਿਆ ਮਹਾਰਾਜ ਨੇ ਐਸਾ ਹੀ ਕਿਹਾ ਹੈ, ਕਿਉਂਕਿ ਉਹ ਗੁਰੂ ਸਾਹਿਬ ਨਾਲ ਜੁੜੇ ਹੁੰਦੇ ਆ ਅੰਦਰ। ਅਤੇ ਜਦੋਂ ਗੁਰਬਾਣੀ ਦਾ ਅਰਥ ਉਹਨਾਂ ਦੇ ਸਾਹਮਣੇ ਰੱਖੋ ਕਿ ਮਹਾਰਾਜ ਨੇ ਇੱਦਾਂ ਕਿਹਾ ਆ, ਉਹ ਫਿਰ ਮੰਨ ਲੈਂਦੇ ਆ। ਜਿਹੜੇ ਕਿਸੇ ਨੇ ਕਿਸੇ ਅਨਾੜੀ ਸੰਤ ਦਾ ਸੰਗਤ ਕੀਤੀ ਹੋਵੇ, ਜੋ ਅਸੰਤ ਲੋਕ ਆ, ਨਕਲੀ ਸੰਤ ਨੇ, ਉਹਨਾਂ ਨਾਲ ਜੁੜੇ ਹੋਣ, ਉਹ ਸਹਿਜੇ ਕਿਤੇ ਸਮਝਦੇ ਨਹੀਂ, ਕਿਉਂਕਿ ਉਹ ਗੰਧਰਵ ਨਗਰੀ ਦੇ ਵਿੱਚ ਪ੍ਰਵੇਸ਼ ਹੋ ਚੁੱਕੇ ਹੁੰਦੇ ਆ ਜ਼ਿਆਦਾਤਰ ਜੀਵ, ਜਾਂ ਉਹਨਾਂ ਨੂੰ ਗੰਧਰਵ ਨਗਰੀ ਦੀਆਂ ਗੱਲਾਂ ਸੁਣਾਈਆਂ ਹੁੰਦੀਆਂ, ਉਹ ਨਹੀਂ ਇਸ ਨੂੰ ਸਮਝਦੇ। ਫਿਰ ਹੈਗੇ ਆ ਜਿਹੜੇ ਵਿਦਵਾਨ ਨੇ, ਉਹ ਆਪਣੇ ਆਪਣੇ ਗਿਆਨੀ ਅਖਵਾਉਂਦੇ ਆ, ਕੋਈ ਪ੍ਰੋਫੈਸਰ ਅਖਵਾਉਂਦਾ ਹੈ, ਕੋਈ ਕੁਛ ਅਖਵਾਉਂਦਾ ਆ। ਉਹ ਉਹਨਾਂ ਦਾ ਮਨ ਜਿਹੜਾ ਆ, ਜੇਕਰ ਉਹ ਸੁੱਤੇ ਹੋਣ ਤ੍ਰੈ ਗੁਣਾਂ ਦੇ ਵਿੱਚ, ਉਹਨਾਂ ਨੇ ਵੀ ਇਹ ਗੱਲ ਨੂੰ ਸਮਝਣਾ ਨਹੀਂ। ਸਾਨੂੰ ਇਸ ਦੀ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਕਿ ਕਿਹਨੂੰ ਅਸੀਂ ਸੁਣਾ ਰਹੇ ਹਾਂ, ਕਿਉਂਕਿ ਜਿਹੜੇ ਮੋਹਰੇ ਲੋਕ ਹੁੰਦੇ ਆ ਉਹ ਇੱਦਾਂ ਵੱਖ-ਵੱਖ ਜਥੇਬੰਦੀਆਂ ਨਾਲ, ਵੱਖ-ਵੱਖ ਸੰਤਾਂ ਨਾਲ, ਵੱਖ-ਵੱਖ ਪ੍ਰੋਫੈਸਰਾਂ ਨਾਲ, ਧੜਿਆਂ ਨਾਲ ਜੁੜੇ ਹੁੰਦੇ ਆ। ਅਤੇ ਸਾਡਾ ਤਾਂ ਧੜਾ ਇੱਕ ਹੀ ਆ, ਉਹ ਹੈ ਪ੍ਰਮਾਤਮਾ। ਅਸੀਂ ਪ੍ਰਮਾਤਮਾ ਨਾਲ ਜੁੜੇ ਹੋਏ ਹਾਂ, ਗੁਰੂ ਸਾਹਿਬ ਦੇ ਸਿੱਖ ਹਾਂ, ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੇ। ਅਤੇ ਅਸੀਂ ਮਹਾਰਾਜ ਦਾ ਉਪਦੇਸ਼ ਜਿਹੜਾ ਹੈ ਘਰ ਘਰ ਪਹੁੰਚਾਉਣਾ ਹੁੰਦਾ। ਹੁਣ ਮਹਾਰਾਜ ਨੇ ਗੁਰਬਾਣੀ 'ਚ ਸਾਨੂੰ ਸਮਝਾਇਆ ਹੋਇਆ, ਕਹਿੰਦੇ ਇੱਕ ਐਗਜ਼ਾਮਪਲ ਦੇ ਤੌਰ 'ਤੇ ਇੱਕ ਸ਼ਬਦ ਲੈਂਦੇ ਹਾਂ, ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ 10 ਕਾਜ ਸਵਾਰੈ। ਹੁਣ ਇੱਥੇ ਮਹਾਰਾਜ ਨੇ ਕਿਹਾ ਹੋਇਆ, ਭਗਤ ਕਬੀਰ ਜੀ ਦੇ ਸ਼ਬਦ ਆ ਗੁਰਬਾਣੀ ਦੇ ਵਿੱਚ, ਕਿ ਜਿਹੜਾ ਮਨੁੱਖ ਆ, ਹਿਊਮਨ ਜਿਹੜਾ ਆ, ਜਿਸ ਦੇ ਵਿੱਚ ਅਸੀਂ ਸਾਰੇ ਆਉਂਦੇ ਹਾਂ, ਜਦੋਂ ਉਹ ਬਾਡੀ ਪੂਰੀ ਹੋ ਜਾਂਦੀ ਆ, ਮਨੁੱਖ ਜਿਹੜਾ ਆ ਪੂਰਾ ਹੋ ਜਾਂਦਾ ਆ, ਕਹਿੰਦੇ ਕਿ ਉਹ ਮਨੁੱਖ ਦਾ ਜਿਹੜਾ ਸਰੀਰ ਆ ਕਿਸੇ ਕੰਮ ਨਹੀਂ ਆਉਂਦਾ। ਜਦੋਂ ਪਸ਼ੂ ਮਰਦਾ ਹੈ ਨਾ, ਉਹ 10 ਕਾਰਜ ਹੋਰ ਸਵਾਰ ਦਿੰਦਾ ਆ। ਹੁਣ ਇੱਥੇ ਮਹਾਰਾਜ ਨੇ ਸਾਨੂੰ ਦੱਸਿਆ ਹੋਇਆ ਕਿ ਜਿਹੜਾ ਸਰੀਰ ਆ ਸਾਡਾ ਨਾ, ਇਹ ਇੰਨਾ ਫਾਇਦੇਮੰਦ ਨਹੀਂ ਹੈ ਜਿੰਨਾ ਪਸ਼ੂ ਦਾ ਸਰੀਰ ਹੈ। ਸਾਡਾ ਮਨੁੱਖਾ ਜਾਮਾ ਜਿਹੜਾ ਆ, ਇਸ ਦਾ ਫਾਇਦਾ ਇਹੀ ਆ, ਜੇ ਅਸੀਂ ਇਸ ਦਾ ਪੂਰਾ ਲਾਭ ਲੈਣਾ ਚਾਹੁੰਦੇ ਹਾਂ, ਲਾਹਾ ਲੈਣਾ ਚਾਹੁੰਦੇ ਹਾਂ, ਤਾਂ ਅਸੀਂ ਭਗਤੀ ਕਰੀਏ। ਕਿ ਮੌਤ ਤੋਂ ਬਾਅਦ ਇਹ ਉਂਝ ਵੀ ਕਿਸੇ ਕੰਮ ਨਹੀਂ ਆਉਣਾ। ਇਹਦਾ ਜੇ ਅਸੀਂ ਫਾਇਦਾ ਲੈਣਾ ਚਾਹੁੰਦੇ ਹਾਂ, ਲਾਹਾ ਲੈਣਾ ਚਾਹੁੰਦੇ ਹਾਂ, ਅਸੀਂ ਭਗਤੀ ਕਰੀਏ। ਪਸ਼ੂ ਜਿਹੜਾ ਆ ਉਹ ਪੂਰਾ ਹੁੰਦਾ, ਉਹਦਾ ਫਿਰ ਵੀ ਫਾਇਦਾ ਹੁੰਦਾ ਲੋਕਾਂ ਨੂੰ। ਪਸ਼ੂ ਦੀ ਜਿਹੜੀ ਚਮੜੀ ਹੁੰਦੀ ਆ ਉਹ ਵੱਖਰੀ ਆ ਸਾਡੇ ਨਾਲੋਂ। ਉਹ ਲੈਦਰ ਦਾ ਇਸਤੇਮਾਲ ਕਰਕੇ, ਚਮੜੀ ਦਾ ਇਸਤੇਮਾਲ ਕਰਕੇ ਜੋੜੇ ਕੋਈ ਬਣਾ ਲੈਂਦਾ ਹੈ,
ਕੋਈ ਤਬਲੇ ਦਾ ਮੜ੍ਹ ਬਣਾ ਲੈਂਦਾ, ਕੋਈ ਜਿਲਤ ਬਣਾ ਲੈਂਦਾ ਆ, ਕੋਈ ਪਦਾਰਥ ਬਣਾ ਲੈਂਦਾ। ਜਿਹੜੇ ਉਹਦੇ ਸਿੰਗ ਹੁੰਦੇ ਆ ਉਹਦੇ ਵੀ ਕੋਈ ਪਦਾਰਥ ਬਣ ਜਾਂਦੇ ਆ। ਪਰ ਇਹ ਜਿਹੜਾ ਮਨੁੱਖ ਆ ਇਹਦਾ ਕੋਈ ਲਾਭ ਨਹੀਂ ਹੁੰਦਾ। ਹੁਣ ਜਿਹੜੇ ਗੁਰਮੁਖਾਂ ਨੇ ਇਸ ਗੱਲ ਨੂੰ ਸਮਝਿਆ, ਉਹਨਾਂ ਨੇ ਤਾਂ ਸਮਝ ਲਿਆ ਕਿ ਮਹਾਰਾਜ ਸਾਨੂੰ ਇਹੀ ਪ੍ਰੇਰਿਤ ਕਰ ਰਿਹਾ ਕਿ ਅਸੀਂ ਭਗਤੀ ਕਰੀਏ। ਪਰ ਕੁਝ ਕੁ ਜਿਹੜੇ ਜਥੇਬੰਦੀਆਂ ਹੁੰਦੀਆਂ ਆ ਉਹਨਾਂ ਨੂੰ ਸਮਝ ਨਹੀਂ ਹੁੰਦੀ ਇਸ ਗੱਲ ਦੀ। ਖਾਸ ਕਰਕੇ ਉਹ ਕਹਿ ਦਿੰਦੇ ਆ ਕਿ ਉਹ ਜਾਗਰੂਕ ਆ ਜਾਂ ਆਪਣੇ ਆਪ ਨੂੰ ਅਪਗ੍ਰੇਡ ਸਮਝਦੇ ਆ, ਅਪਗ੍ਰੇਡ ਆਪਣੇ ਆਪ ਨੂੰ ਅਖਵਾਉਂਦੇ ਆ। ਕਿ ਇੱਕ ਹੈਗੀ ਗਰੁੱਪ, ਮਿਸ਼ਨਰੀ ਗਰੁੱਪ ਆ, ਜਿਹੜੇ ਤਾਂ ਨਾਮ ਜਪਣ ਨੂੰ ਮੰਨਦੇ ਆ ਉਹ ਤਾਂ ਫਿਰ ਵੀ ਹਰੇਕ ਗੱਲ ਇੱਦਾਂ ਮਹਾਰਾਜ ਦੀ ਬਦਲਦੇ ਨਹੀਂ। ਉਹ ਬੜੇ ਜੈਨੂਆਇਨ ਉਹ ਚੱਲਦੇ ਆ। ਕਈ ਮਿਸ਼ਨਰੀ ਪ੍ਰਚਾਰਕ ਇੱਦਾਂ ਬਹੁਤ ਸੋਹਣਾ ਇੱਦਾਂ ਪ੍ਰਚਾਰ ਕਰਦੇ ਆ, ਜੋ ਵੀ ਉਹਨਾਂ ਨੂੰ ਜਿੰਨੀ ਕੁ ਮੱਤ ਸਮੱਤ ਬਖਸ਼ੀ ਹੋਈ ਹੈ ਮਹਾਰਾਜ ਨੇ। ਪਰ ਕਈ ਐਸੇ ਨੇ ਕਿ ਉਹ ਵਾਰ-ਵਾਰ ਅਰਥ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਆ। ਹੁਣ ਇਹ ਜਿਹੜੇ ਜਾਗਰੂਕ ਅਖਵਾਉਂਦੇ ਆ ਇਹ ਉਹਨਾਂ ਦੇ ਵਿੱਚੋਂ ਟੁੱਟ ਕੇ ਆਏ ਅਤੇ ਅਪਗ੍ਰੇਡ ਅਖਵਾਉਂਦੇ ਆ। ਉਹ ਇਹਦਾ ਅਰਥ ਇਹ ਕਰੀ ਜਾਂਦੇ ਆ ਕਿ ਇੱਥੇ ਮਹਾਰਾਜ ਨੇ ਮਨੁੱਖ ਦੀ ਬਿਰਤੀ ਦੀ ਗੱਲ ਕੀਤੀ ਹੈ ਜੀ, ਮਨੁੱਖ ਦੇ ਸਰੀਰ ਦੀ ਗੱਲ ਨਹੀਂ ਕੀਤੀ। ਕਿ ਜਦੋਂ ਕਿਸੇ ਦੇ ਅੰਦਰ ਇਨਸਾਨੀਅਤ ਖਤਮ ਹੋ ਜਾਏ ਉਹ ਕੰਮ ਨਹੀਂ ਕਿਸੇ ਦੇ ਆਉਂਦਾ। ਅਤੇ ਜੇ ਪਸ਼ੂ ਬਿਰਤੀ ਸਾਡੀ ਖਤਮ ਹੋ ਜਾਏ ਫਿਰ ਅਸੀਂ 10 ਕਾਰਜ ਸਵਾਰ ਸਕਦੇ ਹਾਂ। ਹੁਣ ਜੇਕਰ ਮਹਾਰਾਜ ਨੇ ਇੱਥੇ ਬਿਰਤੀ ਦੀ ਹੀ ਗੱਲ ਕਰਨੀ ਸੀ, ਇੱਥੇ ਮਹਾਰਾਜ ਨੇ ਬਿਰਤੀ ਕਹਿ ਦੇਣਾ ਸੀ, ਮਨ ਕਹਿ ਦੇਣਾ ਸੀ, ਸੁਰਤੀ ਕਹਿ ਦੇਣਾ ਸੀ। ਮਹਾਰਾਜ ਕੋਲ ਕੋਈ ਸ਼ਬਦਾਂ ਦੀ ਘਾਟ ਨਹੀਂ ਹੁੰਦੀ। ਭਗਤ ਕਬੀਰ ਜੀ ਕੋਲ ਕੋਈ ਸ਼ਬਦਾਂ ਦੀ ਘਾਟ ਨਹੀਂ ਸੀ। ਉਹ ਜਿਹੜੇ ਮਰਜ਼ੀ ਸ਼ਬਦ ਇਸਤੇਮਾਲ ਕਰਕੇ ਸਾਨੂੰ ਕਲੀਅਰ ਸਮਝਾ ਸਕਦੇ ਸੀ, ਕਿਉਂਕਿ ਉਹਨਾਂ ਨੇ ਸਾਨੂੰ ਭੁਲੇਖੇ 'ਚ ਥੋੜ੍ਹਾ ਪਾਉਣਾ। ਜੇਕਰ ਬਿਰਤੀ ਦੀ ਗੱਲ ਕਰੀਏ ਤਾਂ ਮਹਾਰਾਜ ਦੱਸਦੇ ਨੇ ਕਿ ਜਿਹੜੇ ਲੋਕ ਸੰਗਤ ਨਹੀਂ ਨਾ ਕਰਦੇ ਜਾਂ ਗੁਰਮੰਤਰ ਤੋਂ ਹੀਣੇ ਆ, ਉਹ ਹੈ ਪਸ਼ੂ ਅਤੇ ਹੋਰ ਜੀਵਾਂ ਜੂਨਾਂ ਦੇ ਬਰਾਬਰ। ਮਹਾਰਾਜ ਕਹਿੰਦੇ ਆ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ, ਜਿਨ ਕੀਤੇ ਤਿਸੈ ਨਾ ਜਾਣਨੀ, ਬਿਨ ਨਾਮੈ ਸਭ ਚੋਰ। ਕਿ ਜਿਹੜੇ ਸੰਗਤ ਨਹੀਂ ਨਾ ਕਰਦੇ ਉਹ ਇੱਦਾਂ ਰਹਿੰਦੇ ਆ ਸੰਸਾਰ ਵਿੱਚ ਜਿਵੇਂ ਮਾੜੇ ਤੋਂ ਮਾੜੇ ਪਸ਼ੂ ਢੋਰ ਕਹਿ ਦਿੱਤਾ। ਜਿਹਨੇ ਉਹਨਾਂ ਨੂੰ ਬਣਾਇਆ, ਜਿਨ ਕੀਤੇ ਤਿਸੈ ਨਾ ਜਾਣਨੀ, ਬਿਨ ਨਾਮ ਹੈ ਸਭ ਚੋਰ। ਨਾਮ ਤੋਂ ਹੀਣੇ ਹੋਣ ਕਾਰਨ ਉਹਨਾਂ ਨੂੰ ਚੋਰਾਂ ਦਾ ਖਿਤਾਬ ਮਿਲਦਾ। ਫੇਰ ਮਹਾਰਾਜ ਕਹਿੰਦੇ, ਗੁਰਮੰਤਰ ਹੀਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਣੈ, ਕੂਕਰੈ ਸੁਕਰੈ ਗਰਦ ਬੈ, ਕਾਕੈ ਸਰਪਨੈ ਤੁਲ ਖਲੈ। ਕਿ ਜਿਹੜਾ ਜੀਵ ਗੁਰਮੰਤਰ ਤੋਂ ਹੀਣਾ ਆ ਉਹਦਾ ਜਿਹੜਾ ਜਨਮ ਆ ਭ੍ਰਿਸ਼ਟ ਆ। ਉਹ ਕੁੱਤੇ ਦੀ ਨਿਆਈ ਆ, ਸੂਰ ਦੀ ਨਿਆਈ ਆ, ਗਧੇ ਦੀ ਨਿਆਈ ਆ, ਕਾਂ ਦੀ ਨਿਆਈ ਆ, ਕਾਂ ਦੀ ਨਿਆਈ, ਸਰਪ ਦੀ ਨਿਆਈ ਆ। ਉਹਨਾਂ ਦੇ ਬਰਾਬਰ ਉਹਦੀ ਤੁਲਨਾ ਕੀਤੀ ਜਾਂਦੀ ਹੈ। ਅਰਥਾਤ ਕਿ ਇਹੋ ਜਿਹੇ ਜੀਵ ਫਿਰ ਇਹੋ ਜਿਹੇ ਜੂਨਾਂ 'ਚ ਵੀ ਜਾਂਦੇ ਆ ਬਾਅਦ 'ਚ। ਹੁਣ ਜੇ ਇੱਥੇ ਬਿਰਤੀ ਦੀ ਗੱਲ ਕੀਤੀ ਹੁੰਦੀ ਕਿ ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ, ਜਿਹੜੇ ਪਸ਼ੂ ਬਿਰਤੀ ਵਾਲੇ ਲੋਕ ਆ ਉਹ ਤਾਂ ਮਹਾਰਾਜ ਨੇ ਦੱਸ ਦਿੱਤਾ ਉਹੀ ਨੇ ਜਿਹੜੇ ਸੰਗਤ ਨਹੀਂ ਕਰਦੇ, ਗੁਰਮੰਤਰ ਤੋਂ ਹੀਣੇ ਆ। ਪਰ ਜਿਹੜੇ ਇੱਥੇ ਕਾਰਜ ਕੀਤੇ ਹੋਏ ਆ ਦੁਨਿਆਵੀ, ਜਿਹੜੇ ਲੋਕ ਕਹਿੰਦੇ ਆ ਕਿ ਕਾਰਜ ਦੁਨਿਆਵੀ ਆ, ਇਹਨਾਂ ਦੇ ਨਾਮ ਨੂੰ ਮੰਨਦੇ ਨਹੀਂ। ਉਹਨਾਂ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਖੜੀਆਂ ਕੀਤੀਆਂ ਆ, ਉਹ ਸਾਰੇ ਸੰਗਤ ਤੋਂ ਨਾ ਕਰਦੇ। ਉਹ ਤਾਂ ਫਿਰ ਵੀ 10 ਕਾਰਜ ਕਰ ਲੈ, 10 ਕਾਰਜ ਤੋਂ ਵੱਧ ਕਰਦੇ ਆ ਸੰਸਾਰ ਵਿੱਚ। ਇਹਦਾ ਮਤਲਬ ਇੱਥੇ ਬਿਰਤੀ ਦੀ ਗੱਲ ਨਹੀਂ ਕੀਤੀ ਹੋਈ, ਇੱਥੇ ਮਹਾਰਾਜ ਨੇ ਸਰੀਰ ਦੀ ਗੱਲ ਕੀਤੀ ਹੋਈ ਹੈ। ਹੁਣ ਇਹ ਕਹਿ ਦਿੰਦੇ ਆ ਕਿ ਉਹ ਜੀ ਸਰੀਰ ਜਿਹੜਾ ਆ ਮੌਤ ਤੋਂ ਬਾਅਦ ਅੰਗ ਜਿਹੜੇ ਡੋਨੇਟ ਕੀਤੇ ਜਾ ਸਕਦੇ ਆ ਅਤੇ ਇਹ ਕੰਮ ਆ ਜਾਂਦੇ ਆ ਇੱਦਾਂ। ਅਰਥਾਤ ਕਿ ਜੋ ਮਹਾਰਾਜ ਨੇ ਕਿਹਾ ਆ ਉਸ 'ਤੇ ਪ੍ਰਸ਼ਨ ਲਾ ਰਿਹਾ, ਉਹ 'ਤੇ ਤਰਕ ਕਰ ਰਿਹਾ। ਪਰ ਇਹਨਾਂ ਨੇ ਇਹ ਨਹੀਂ ਸਿੱਧਾ ਕਹਿਣਾ, ਇਹਨਾਂ ਨੇ ਕਹਿਣਾ ਕਿ ਅਸੀਂ ਅਰਥ 'ਤੇ ਤਰਕ ਕਰ ਰਹੇ ਹਾਂ। ਉਹਨਾਂ ਦਾ ਆਪਣਾ ਅਰਥ ਤਾਂ ਗਲਤ ਹੈ ਕੀਤਾ ਹੋਇਆ। ਜਿਹੜਾ
ਸਾਡੇ ਸਰੀਰ ਦੇ ਅੰਗ ਆ, ਜਿੰਨਾ ਚਿਰ ਤੱਕ ਇਹਨਾਂ 'ਚ ਜਾਨ ਆ ਉਨਾ ਚਿਰ ਤੱਕ ਇਹ ਡੋਨੇਟ ਕੀਤੇ ਜਾ ਸਕਦੇ ਆ। ਉੱਦਾਂ ਜਿਹੜੇ ਗੁਰਮੁਖ ਜਾਨੇ ਆ ਉਹ ਇਸ ਨੂੰ ਸਾਬਤ ਸੂਰਤ ਰੱਖਦੇ ਆ, ਉਹ ਇਸ ਨੂੰ ਭੰਨਣ ਨਹੀਂ ਦਿੰਦੇ। ਉਹਨਾਂ ਨੇ ਪਹਿਲਾਂ ਹੀ ਕਿਹਾ ਹੁੰਦਾ ਕਿ ਨਹੀਂ ਇੱਦਾਂ ਕਰਨਾ ਸੀ। ਅਤੇ ਜਦੋਂ ਮਨ ਇਸ ਸਰੀਰ ਨੂੰ ਛੱਡਣ ਵਾਲਾ ਹੁੰਦਾ ਆ, ਜਦੋਂ ਮੌਤ ਆਉਂਦੀ ਆ, ਜਿੰਨੇ ਜੀਵ ਇਸ ਸਰੀਰ ਦੇ ਵਿੱਚ ਵੱਸਦੇ ਆ ਉਹ ਵੀ ਮਰਨ ਲੱਗ ਪੈਂਦੇ। ਕਈ ਸਾਡੇ ਅੰਦਰ ਜੀਵ ਜਿਹੜੇ ਆ ਉਹ ਖਤਮ ਹੋਣ ਲੱਗ ਪੈਂਦੇ ਆ। ਅਤੇ ਕੀ ਹੁੰਦਾ ਹੈ ਕਿ ਕਿਉਂਕਿ ਉਹ ਰਾਜਾ ਜਿਹੜਾ ਮਨ ਆ ਉਹ ਛੱਡ ਰਿਹਾ ਹੈ, ਪ੍ਰਜਾ ਜਿਹੜੀ ਆ ਇਹਦਾ ਫਿਰ ਨੁਕਸਾਨ ਹੋਣਾ ਹੀ ਆ। ਸਾਡੇ ਕਈ ਜਿਹੜੇ ਔਰਗਨਸ ਆ ਉਹ ਬਹੁਤ ਛੇਤੀ ਸ਼ਟ ਡਾਊਨ ਹੋ ਜਾਂਦੇ ਆ, ਕਈ ਥੋੜ੍ਹੇ ਦੇਰ ਲੱਗਦੀ ਆ। ਉਹ ਕੁਝ ਕੁ ਸਮਾਂ ਹੁੰਦਾ ਹੈ ਜਿੱਥੇ ਤੱਕ ਉਹ ਸੁਰਤੀ ਜਿਹੜੀ ਆ ਹਜੇ ਅੰਦਰ ਹੁੰਦੀ ਹੈ। ਤੁਸੀਂ ਦੇਖੋਗੇ ਕਿ ਜਦੋਂ ਅਸੀਂ ਅਭਿਆਸ ਵੀ ਕਰਦੇ ਗੁਰਮੰਤਰ ਦਾ, ਅਸੀਂ ਮਰਨਾ ਸਿੱਖ ਰਹੇ ਹਾਂ, ਅਸੀਂ ਪੌਣ ਨੂੰ ਛੱਡਣ ਦੀ ਕੋਸ਼ਿਸ਼ ਕਰਦੇ ਹਾਂ। ਐਂਡ ਸਮੇਂ ਪੌਣ ਜਿਹੜੀ ਆ ਬੰਦ ਹੋ ਜਾਣੀ, ਇਹਨੂੰ ਛੱਡਣਾ ਹੀ ਪੈਣਾ ਆ। ਪਰ ਜਿਵੇਂ ਪਿਤਾ ਜੀ ਹੁਣੇ ਸਾਨੂੰ ਸਮਝਾਉਂਦੇ ਸੀ ਕਿ ਜਿਹੜੇ ਜਾਮੇ ਆ ਨਾ, ਉਹ ਜਦੋਂ ਮਨਮੁਖ ਨੂੰ ਲੈ ਕੇ ਵੀ ਜਾਂਦੇ ਆ, ਅਤੇ ਇਹ ਜਿਹੜੀਆਂ ਸਾਡੀਆਂ ਅੱਖਾਂ ਆ ਇਹਨਾਂ ਤੋਂ ਸਭ ਤੋਂ ਅਖੀਰ 'ਤੇ ਸੁਰਤੀ ਜਿਹੜੀ ਹੈ ਤੋੜੀ ਜਾਂਦੀ ਆ, ਸਵਾਸ ਖਤਮ ਹੋ ਜਾਂਦੇ ਆ, ਪੌਣ ਆ ਨਹੀਂ ਰਹੀ, ਹਿਰਦੇ ਦੀ ਧੜਕਣ ਬੰਦ ਹੋ ਗਈ ਆ। ਪਰ ਅੱਖਾਂ ਦੇ ਰਾਹੀਂ ਇਹਨੂੰ ਇੱਕ ਵਾਰੀ ਇੱਧਰ ਪਾਸਰ ਦੇਖਣ ਦਿੰਦੇ ਆ ਕਿ ਜਿਹੜੇ ਆਲੇ ਦੁਆਲੇ ਇਹਦੇ ਹੈ ਜੀਵ ਜੀ ਨੂੰ ਉਮੀਦ ਹੈ ਕਿ ਮੇਰੀ ਕੋਈ ਮਦਦ ਕਰ ਲਊਗਾ, ਅਤੇ ਇਹਨੂੰ ਅੱਖਾਂ ਦਾ ਇਸਤੇਮਾਲ ਕਰਨ ਦਾ ਮਤਲਬ ਇਹ ਮੂਵ ਨਹੀਂ ਹੋਣਗੀਆਂ, ਪਰ ਇਹਨਾਂ ਰਾਹੀਂ ਮਨ ਜਿਹੜਾ ਇੱਧਰਲਾ ਪਾਸਾ ਦੇਖ ਸਕਦਾ ਹੈ। ਫਿਰ ਇਹਦੀ ਉਮੀਦ ਟੁੱਟ ਜਾਂਦੀ ਜਦੋਂ ਇੱਥੇ ਕੋਈ ਵੀ ਇਹਦੀ ਹੈਲਪ ਨਹੀਂ ਕਰ ਸਕਦਾ। ਸੁਰਤੀ ਅੱਖਾਂ ਤੋਂ ਫਿਰ ਲਾਸਟ ਤੋੜੀ ਜਾਂਦੀ ਹੈ। ਇੱਥੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਨਰੂ ਮਰੈ ਨਰ ਕਾਮ ਨਾ ਆਵੇ, ਕਿ ਜਦੋਂ ਮਨੁੱਖਾ ਸਰੀਰ ਖਤਮ ਹੋ ਜਾਂਦਾ ਆ, ਜਦੋਂ ਇਸ ਮਨ ਨੂੰ ਛੱਡਣਾ ਪੈਂਦਾ ਹੈ ਸਰੀਰ, ਜਿਹੜੇ ਸਾਡੇ ਸਰੀਰ ਦੇ ਔਰਗਨਸ ਨੇ, ਅੰਗ ਨੇ, ਇਹਨਾਂ ਦੇ ਵਿੱਚੋਂ ਵੀ ਜਾਨ ਜਦੋਂ ਚਲੇ ਜਾਂਦੀ ਆ, ਫਿਰ ਇਹ ਕੋਈ ਕੰਮ ਨਹੀਂ ਆਉਂਦਾ। ਜਿਹੜੇ ਡਾਕਟਰ ਹੁੰਦੇ ਆ ਉਹ ਔਰਗਨ ਨੂੰ ਬਚਾ ਲੈਂਦੇ ਆ, ਉਹਦੇ ਵਿੱਚ ਹਜੇ ਜਾਨ ਹੁੰਦੀ ਆ, ਉਹਨੂੰ ਫਿਰ ਦੂਜੇ ਪੇਸ਼ੈਂਟ ਨੂੰ ਸ਼ਿਫਟ ਕਰ ਦਿੰਦੇ ਆ, ਦੂਜੇ ਪੇਸ਼ੈਂਟ ਨੂੰ ਦੇ ਦਿੰਦੇ ਆ। ਪਰ ਇੱਥੇ ਮਹਾਰਾਜ ਨੇ ਗੱਲ ਕੀਤੀ ਹੋਈ ਹੈ ਕਿ ਜਦੋਂ ਮੌਤ ਦਾ ਐਨ ਪੂਰਾ ਸਾਈਕਲ ਹੋ ਗਿਆ, ਕਿ ਮੌਤ ਪੂਰੀ ਤਰ੍ਹਾਂ ਛਾ ਗਈ, ਹਰੇਕ ਅੰਗ ਵੀ ਇੱਥੇ ਮਰ ਗਿਆ, ਉਹਦਾ ਕੋਈ ਫਿਰ ਫਾਇਦਾ ਨਹੀਂ ਰਹਿ ਜਾਂਦਾ। ਪਸ਼ੂ ਜਿਹੜਾ ਆ ਉਹਦਾ ਹਰੇਕ ਅੰਗ ਵੀ ਮਰ ਜਾਏ ਜਦੋਂ ਮੌਤ ਆ ਗਈ, ਅਤੇ ਉਹ ਫਿਰ ਵੀ ਉਹਦੇ ਜਿਹੜੇ ਸਕਿਨ ਆ, ਉਹਦੀ ਜਿਹੜੀ ਖਲੜੀ ਆ, ਉਹਦੇ ਜਿਹੜੇ ਸਿੰਘ ਆ, ਉਹਦਾ ਜਿਹੜਾ ਸਰੀਰ ਦਾ ਇਸਤੇਮਾਲ ਕੀਤਾ ਜਾ ਸਕਦਾ। ਸਾਡਾ ਜਿਹੜਾ ਮਨੁੱਖਾ ਸਰੀਰ ਆ ਉਹ ਕੋਈ ਫਾਇਦੇਮੰਦ ਨਹੀਂ ਰਹਿੰਦਾ। ਹੁਣ ਜੇ ਮਹਾਰਾਜ ਚਾਹੁਣ ਨਾਲ ਦੱਸ ਦਿੰਦੇ ਆ ਕਿ ਜਦੋਂ ਸਵਾਸ ਬੰਦ ਹੁੰਦੇ ਆ, ਇੱਦਾਂ ਘਟਨਾਵਾਂ ਹੋ ਚੁੱਕੀਆਂ ਹੈ ਸੰਸਾਰ ਵਿੱਚ, ਜਿੱਥੇ ਡਾਕਟਰ ਨੇ ਡਿਕਲੇਅਰ ਕਰ ਦਿੱਤਾ ਕਿ ਮੌਤ ਆ ਗਈ ਪੇਸ਼ੈਂਟ ਨੂੰ, ਅਤੇ ਉਹ ਮੈਡੀਕਲੀ ਡਿਕਲੇਅਰ ਕਰ ਦਿੰਦੇ ਡੈਥ, ਹਾਰਟ ਬੰਦ ਹੋ ਗਿਆ। ਅਤੇ ਕੋਈ ਰੇਅਰ ਚਾਂਸ ਇੱਦਾਂ ਹੋ ਚੁੱਕੇ ਆ ਸੰਸਾਰ ਵਿੱਚ, ਜਿੱਥੇ ਜੀਵ ਫਿਰ ਵਾਪਸ ਉਹ ਆ ਜਾਂਦਾ ਸਰੀਰ ਦੇ ਵਿੱਚ, ਅਤੇ ਸਵਾਸ ਚੱਲਣ ਲੱਗ ਪੈਂਦੇ ਥੋੜ੍ਹੇ ਚਿਰ ਬਾਅਦ, ਅਤੇ ਹਿਰਦੇ ਦੀ ਧੜਕਣ ਚੱਲਣ ਲੱਗ ਪੈਂਦੀ ਹੈ, ਫਿਰ ਉਹਨੂੰ ਬਚਾਇਆ ਜਾਂਦਾ ਹੈ। ਕਈਆਂ ਨੇ ਫਿਰ ਇਸ ਤਰੀਕੇ ਦੇ ਨਾਲ ਆ ਕੇ ਮੁੜ ਕੇ ਦੱਸਿਆ ਕਿ ਅਸੀਂ ਜਦੋਂ ਇੱਦਾਂ ਗਿਆਨ ਸਿੰਘ ਸਾਨੂੰ ਆਹ ਦੱਸਿਆ, ਸਾਨੂੰ ਆਹ ਚੀਜ਼ ਦੱਸੀ। ਇਹਦੇ ਬਾਰੇ ਵੀ ਪਿਤਾ ਜੀ ਨੇ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਹੋਈਆਂ, ਅਤੇ ਫਿਰ ਜਿਹੜੇ ਜੀਵ ਇੱਦਾਂ ਆ ਕੇ ਦੱਸਦੇ ਆ, ਇਹ ਗੱਲ ਕੀ ਹੈ। ਪਿਤਾ ਜੀ ਨੇ ਮੈਨੂੰ ਦੱਸਿਆ ਸੀਗਾ, ਪਿਤਾ ਜੀ ਦੇ ਦੱਸਦੇ ਨੇ ਭਾਈ ਸੇਵਾ ਸਿੰਘ ਜੀ ਧਰਮਾਲਾ, ਉਹ ਮੇਰੇ ਫਾਦਰ ਇਨ ਲਾ ਆ, ਤਾਂ ਮੈਂ ਪਿਤਾ ਜੀ ਕਹਿ ਰਿਹਾ ਹਾਂ। ਅਤੇ ਉਹਨਾਂ ਨੇ ਸਾਨੂੰ ਇਹ ਦੱਸਿਆ, ਉਹਨਾਂ ਤੋਂ ਸਿੱਖਿਆ ਅਸੀਂ ਪ੍ਰਾਪਤ ਕੀਤੀ ਕਿ ਆਹ ਜਿਹੜੇ ਸਾਡੀ ਗਰਦਨ ਆ ਅਤੇ ਆਹ ਜਿਹੜੇ ਮੋਢੇ ਆ, ਇਹਨਾਂ ਦੇ ਵਿਚਕਾਰ ਦੋਨੋਂ ਪਾਸੇ ਨਾੜਾਂ ਆ ਦੋ। ਕੁਦਰਤੀ ਕੀ ਹੁੰਦਾ ਆ ਕਿ ਕਈ ਵਾਰੀ ਇਹ ਬੰਦ ਹੋ ਜਾਂਦੀਆਂ ਆ, ਅਤੇ ਨਾਲ ਹਿਰਦੇ ਦੀ ਧੜਕਣ ਵੀ ਬੰਦ ਹੋ ਜਾਂਦੀ ਹੈ, ਫਿਰ ਸਵਾਸ ਵੀ ਬੰਦ ਹੋ ਜਾਣੇ ਆ। ਅਤੇ ਤੁਸੀਂ ਕਹਿ ਸਕਦੇ ਕੁਦਰਤੀ ਬੰਦ ਹੋ ਜਾਂਦੇ, ਤੁਸੀਂ ਐਸੇ ਵੀ ਕਹਿ ਸਕਦੇ ਕਈ ਵਾਰੀ ਪ੍ਰਮਾਤਮਾ ਵੱਲੋਂ ਹੀ ਹੁੰਦਾ ਆ।
ਕਿ ਇਹ ਬੰਦ ਹੋ ਗਿਆ ਤੇ ਹਿਰਦੇ ਦੀ ਧੜਕਣ ਬੰਦ ਹੋ ਗਈ, ਤੇ ਅਗਲੇ ਨੂੰ ਜੇ ਪ੍ਰਮਾਤਮਾ ਕੁਝ ਸਮਝਾਉਣਾ ਚਾਹੁੰਦੇ ਆ ਨਾ, ਅਗਲਾ ਦਿਖਾਉਣਾ ਚਾਹੁੰਦੇ ਆ, ਤੇ ਉਹ ਦਿਖਾ ਵੀ ਸਕਦੇ ਆ ਕਿ ਅਗਲਾ ਜਿਹੜਾ ਆ ਇੱਦਾਂ ਦਾ ਦੇਖ ਕੇ ਕੋਈ ਦ੍ਰਿਸ਼, ਭਾਵੇਂ ਨਰਕ ਦਾ ਹੋਵੇ ਜਾਂ ਜਿੱਦਾਂ ਵੀ, ਉਹ ਫਿਰ ਆਪਣਾ ਜਦੋਂ ਵਾਪਸ ਆਇਆ, ਕਿਉਂਕਿ ਉਹਦੇ 'ਚ ਸਵਾਸ ਹੈਗੇ ਆ, ਅਜੇ ਉਹਦੇ ਸਵਾਸ ਪੂਰੇ ਨਹੀਂ ਅਸਲ ਵਿੱਚ ਹੋਏ, ਉਹ ਫਿਰ ਆਪਣਾ ਜੀਵਨ ਜਿਹੜਾ ਤਬਦੀਲ ਕਰ ਲੈ। ਕਈ ਵਾਰੀ ਕੀ ਹੁੰਦਾ ਹੈ ਕਿ ਉਹ ਇੱਦਾਂ ਜਦੋਂ ਬੰਦ ਹੁੰਦੇ ਆ ਇਹ ਨਾੜਾਂ, ਅਤੇ ਉਹ ਫਿਰ ਮਨ ਜਦੋਂ ਇਸ ਸਰੀਰ ਤੋਂ ਉੱਪਰ ਉੱਠ ਜਾਂਦਾ, ਇਹ ਗੰਧਰਵ ਨਗਰੀ ਦੇ ਸੀਨਾ ਦੇਖ ਕੇ ਆ ਜਾਂਦਾ ਵਾਪਸ, ਪਰ ਇਹਨੂੰ ਇੰਨਾ ਕੁ ਮਹਿਸੂਸ ਹੋ ਜਾਂਦਾ ਕਿ ਕੁਝ ਹੋਰ ਹੈ। ਇੱਦਾਂ ਹੀ ਸਾਡਾ ਜਿਹੜਾ ਮਨ ਆ, ਜੇ ਪ੍ਰਮਾਤਮਾ ਚਾਹੇ ਨਾ, ਉਹ ਹਰੇਕ ਮਨ ਨੂੰ ਫਿਰ ਵੀ ਬਚਾ ਕੇ ਰੱਖ ਸਕਦਾ, ਅਰਥਾਤ ਕਿ ਸਰੀਰ ਤੋਂ ਕਨੈਕਸ਼ਨ ਤੋੜਨੀ ਨਹੀਂ ਉਹਨਾਂ ਨੇ, ਜੇ ਉਹ ਚਾਹਣ, ਉਹਨਾਂ ਦੀ ਮਰਜ਼ੀ ਹੁੰਦੀ। ਮਹਾਰਾਜ ਤਾਂ ਹੀ ਗੁਰਬਾਣੀ 'ਚ ਕਹਿੰਦੇ ਆ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਕਿ ਜੇ ਪ੍ਰਭੂ ਨੂੰ ਭਾਉਂਦਾ ਆ ਨਾ, ਉਹ ਬਿਨਾਂ ਸਵਾਸਾਂ ਤੋਂ ਜੀਵ ਦੀ ਰੱਖਿਆ ਕਰ ਲੈਂਦਾ। ਪਿਤਾ ਜੀ ਵੀ ਇਹ ਉਦਾਹਰਨ ਦਿੰਦੇ ਹੁੰਦੇ ਸੀ ਕਿ ਲੱਦਾਖ ਦੇ ਵਿੱਚ ਜਦੋਂ ਉੱਥੇ ਬਰਫ਼ਬਾਰੀ ਬਹੁਤ ਹੁੰਦੀ ਆ, ਕਿ ਤੁਸੀਂ ਕਈ ਵਾਰੀ ਸ਼ਾਇਦ ਦੇਖਿਆ ਹੋਊਗਾ ਜਾਂ ਸੁਣਿਆ ਹੋਊਗਾ ਕਿ ਇੱਕ ਡਿੱਡੂ ਟੱਪ ਕੇ ਜਾਂਦਾ ਆ ਜਿੱਥੇ ਬਰਫ਼ ਆ, ਅਤੇ ਬਰਫ਼ਬਾਰੀ ਇੰਨੀ ਹੋ ਜਾਂਦੀ ਆ ਕਿ ਉਹ ਬਰਫ਼ ਦੇ ਵਿੱਚ ਜੰਮ ਜਾਂਦਾ, ਫਰੀਜ਼ ਹੋ ਜਾਂਦਾ। ਉਸ ਵੇਲੇ ਉਹਨੂੰ ਨਾ ਸਾਹ ਆ ਰਿਹਾ ਹੁੰਦਾ, ਨਾ ਉਹਦੇ ਹਿਰਦੇ ਦੀ ਧੜਕਣ ਚੱਲ ਰਹੀ ਹੁੰਦੀ ਆ, ਉਹਦਾ ਬਿਲਕੁਲ ਸਾਰਾ ਕੁਝ ਸਲੋ ਹੋ ਗਿਆ, ਫਰੀਜ਼ ਹੋ ਗਿਆ। ਉਹਦਾ ਮਨ ਜਿਹੜਾ ਆ, ਉਸ ਨੂੰ ਮਹਾਰਾਜ ਰੱਖ ਲੈਂਦੇ ਆ ਸੁੰਨ ਵਿੱਚ। ਜਦੋਂ ਬਰਫ਼ਬਾਰੀ ਖਤਮ ਹੋ ਜਾਂਦੀ ਆ, ਆਈਸ ਪਿਘਲ ਜਾਂਦੀ ਆ, ਅਤੇ ਉਹ ਫਿਰ ਉਹੀ ਡਿੱਡੂ ਟੱਪਣ ਲੱਗ ਪੈਂਦਾ ਹੈ। ਜੇ ਮਹਾਰਾਜ ਚਾਹੁੰਦੇ ਆ, ਉਹ ਮਨੁੱਖ ਨੂੰ ਇੱਦਾਂ ਬਚਾ ਕੇ ਬਿਨਾਂ ਸਵਾਸ ਤੋਂ ਰੱਖ ਸਕਦੇ ਆ। ਇਹ ਮਹਾਰਾਜ ਦੀ ਮੌਜ ਆ। ਅਤੇ ਫਿਰ ਮਹਾਰਾਜ ਕਹਿੰਦੇ ਆ, ਸਤਿਗੁਰ ਮੇਰਾ ਮਾਰ ਜੀ ਵਾਲੇ। ਸਤਿਗੁਰ ਜੇ ਚਾਹਣ, ਉਹ ਜੀਵ ਨੂੰ ਮਾਰ ਵੀ ਸਕਦੇ ਆ ਅਤੇ ਦੁਬਾਰਾ ਉਹਨੂੰ ਸੁਰਜੀਤ ਵੀ ਕਰ ਸਕਦੇ ਆ। ਉਂਝ ਤਾਂ ਜ਼ਿਕਰ ਕਰ ਦਿੰਦਾ, ਕਈਆਂ ਨੇ ਸਾਖੀ ਸੁਣੀ ਹੋਗੀ ਕਿ ਬਾਬਾ ਅਟਲ ਰਾਏ ਜੀ ਨੇ ਆਪਣੇ ਮਿੱਤਰ ਨੂੰ ਦੁਬਾਰਾ ਜਿੰਦਾ ਕੀਤਾ ਸੀਗਾ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਕਿ ਇਹ ਪ੍ਰਮਾਤਮਾ ਦੇ ਹੁਕਮ ਤੋਂ ਉਲਟ ਤੁਸੀਂ ਕੀਤਾ, ਨਹੀਂ ਤਾਂ ਤੁਸੀਂ ਆਪਣੇ ਮਿੱਤਰ ਦੀ ਜਗ੍ਹਾ ਜਾਓ, ਨਹੀਂ ਤਾਂ ਅਸੀਂ ਜਾਂਦੇ ਹਾਂ। ਅਤੇ ਫਿਰ ਬਾਬਾ ਅਟਲ ਰਾਏ ਜੀ ਨੇ ਆਪਣਾ ਸਰੀਰ ਛੱਡਿਆ। ਉਂਝ ਸਤਿਗੁਰ ਪ੍ਰਮਾਤਮਾ ਉਹ ਜੋ ਮਰਜ਼ੀ ਚਾਹੁੰਦੇ ਕਰ ਸਕਦੇ ਆ। ਹੁਣ ਇੱਥੇ ਅਸੀਂ ਸਮਝਣਾ ਆ ਕਿ ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੇ। ਇਹ ਮਹਾਰਾਜ ਨੇ ਸਰੀਰ ਦੀ ਗੱਲ ਕੀਤੀ ਹੋਈ ਹੈ ਕਿ ਸਾਡੇ ਸਰੀਰ ਦੀ ਇੰਨੀ ਅਹਿਮੀਅਤ ਨਹੀਂ ਹੈ ਜਿੰਨੀ ਪਸ਼ੂ ਦੀ ਸਰੀਰ ਦੀ ਹੈ। ਇਹਦਾ ਫਾਇਦਾ ਸਾਡੇ ਇਸ ਸਰੀਰ ਦਾ ਇਹੀ ਆ ਕਿ ਅਸੀਂ ਇਸ ਦੇ ਵਿੱਚ ਭਗਤੀ ਕਰੀਏ। ਫਿਰ ਭਗਤ ਕਬੀਰ ਜੀ ਕਹਿੰਦੇ ਆ, ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ, ਮੈਂ ਕਿਆ ਜਾਨੋ ਬਾਬਾ ਰੇ ਰਹਾ, ਕਿ ਜੋ ਅਸੀਂ ਇੱਥੇ ਕਰਮ ਕਰਦੇ ਹਾਂ, ਇਹਦਾ ਜਿਹੜਾ ਨਤੀਜਾ ਆ ਅਸੀਂ ਨਹੀਂ ਜਾਣਦੇ, ਇਹਦਾ ਕੀ ਬਣਨਾ ਆ ਸਾਨੂੰ ਕਈ ਵਾਰੀ ਭੇਦ ਨਹੀਂ, ਜਿਸ ਤਰੀਕੇ ਨਾਲ ਅਸੀਂ ਵਿਚਰਦੇ ਹਾਂ ਸੰਸਾਰ ਵਿੱਚ। ਹਾਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ, ਕਿ ਜਿਹੜੇ ਹੱਡੀਆਂ ਸਾਡੀਆਂ ਜਦੋਂ ਇਹਦਾ ਸੰਸਕਾਰ ਹੋਇਆ ਸਰੀਰ ਦਾ, ਜਿੱਦਾਂ ਲੱਕੜ ਨੂੰ ਜਾਲਿਆ ਜਾਂਦਾ ਇੱਦਾਂ ਇਹ ਜਲਣਗੀਆਂ। ਕੇਸ ਜਿਹੜੇ ਆ ਜਿੱਦਾਂ ਘਾਹ ਹੋਵੇ ਇੱਦਾਂ ਇਹ ਜਲਣਾ ਆ। ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਕਹਿੰਦੇ ਕਿ ਜਿਹੜਾ ਮਨੁੱਖ ਦਾ ਮਨ ਹੈ ਨਾ, ਇਹ ਉਦੋਂ ਹੀ ਜਾਗਦਾ ਆ। ਫਿਰ ਜਿਹੜਾ ਮਨਮੁੱਖ ਦੀ ਗੱਲ ਕੀਤੀ ਹੋਈ ਹੈ ਇੱਥੇ, ਕਿ ਜਦੋਂ ਜਮਾਂ ਦਾ ਡੰਡਾ ਸਿਰ ਦੇ ਵਿੱਚ ਵੱਜਿਆ। ਹੁਣ ਇਹ ਫਿਰ ਇੱਥੇ ਜਿਹੜਾ ਬਿਰਤੀ ਦਾ ਅਰਥ ਕਰੀ ਜਾਂਦੇ ਆ ਕਿ ਜੀ ਅੰਦਰਲੀ ਬਿਰਤੀ ਦੀ ਗੱਲ ਕੀਤੀ ਹੈ, ਇਹ ਜਿਹੜਾ ਅਰਥ ਆ ਇਹ ਫੇਲ ਹੋ ਗਿਆ, ਇਹ ਨਹੀਂ ਚੱਲਦਾ ਇੱਥੇ। ਸਾਡੀ ਹਾਲਤ ਇਸ ਸੰਸਾਰ ਵਿੱਚ ਇਹ ਆ ਕਿ ਇੱਕ ਉਦਾਹਰਨ ਤੁਹਾਨੂੰ ਦ੍ਰਿਸ਼ਟਮਾਨ ਦੇ ਦਿੰਦੇ ਆ ਕਿ ਇੱਕ ਪਿਤਾ ਆ, ਉਹਦੇ 4-5 ਲੜਕੇ ਆ, ਅਤੇ ਪਿਤਾ ਤੇ ਆਪਣੇ ਲੜਕਿਆਂ ਨਾਲ ਬੈਠਾ ਹੋਇਆ ਹੈ, ਫਰਜ਼ ਕੀਤਾ ਲਿਵਿੰਗ ਰੂਮ ਦੇ ਵਿੱਚ, ਅਤੇ ਬੱਚਿਆਂ ਨੂੰ ਕਹਿੰਦਾ ਕਿ ਇੱਦਾਂ ਕਰੋ, ਆਪਣੀ ਮੰਮਾ ਨੂੰ ਕਹੋ ਕਿ ਸੇਬ ਕੱਟ ਕੇ ਅਤੇ ਛਿਲਕੇ ਲਿਆਉਣ। ਸੇਬ ਜਿਹੜਾ ਆ ਉਹ ਛਿਲਕੇ ਕੱਟ ਕੇ ਜਿਹੜੇ ਲਿਆਉਣ, ਮੈਂ ਖਾਣਾ ਚਾਹੁੰਦਾ। ਇੱਦਾਂ ਹੀ ਚਾਰੇ ਬੱਚੇ ਨੱਠ ਕੇ
ਮੰਮਾ ਕੋਲ ਜਾਂਦੇ ਆ। ਹੁਣ ਕਿਸੇ ਨੇ ਧਿਆਨ ਨਾਲ ਗੱਲ ਸੁਣੀ, ਕਿਸੇ ਨੇ ਨਹੀਂ। ਇੱਕ ਬੱਚੇ ਨੇ ਕਿਹਾ ਕਿ ਮੰਮਾ ਪਾਪਾ ਨੂੰ ਸੇਬ ਚਾਹੀਦਾ ਹੈ ਖਾਣ ਨੂੰ, ਦੂਜੇ ਨੇ ਕਿਹਾ ਕਿ ਕੱਟ ਕੇ ਸੇਬ ਦੇ ਦਿਓ, ਤੀਜੇ ਨੇ ਕਿਹਾ ਕਿ ਤੁਸੀਂ ਇੱਦਾਂ ਕਰੋ, ਛਿੱਲ ਕੇ ਅਤੇ ਕੱਟ ਕੇ ਪਾਪਾ ਨੂੰ ਸੇਬ ਦੇ ਦਿਓ, ਉਹ ਖਾਣਾ ਚਾਹੁੰਦੇ ਆ। ਚੌਥਾ ਜਿਹੜਾ ਸੀਗਾ ਉਹਨੇ ਕੀ ਕੀਤਾ, ਉਹਨੇ ਵਾਲੀ ਗੱਲ ਸੁਣੀ ਤਾਂ ਸੀਗੀ ਨਹੀਂ, ਪਰ ਉਹਨੂੰ ਪਤਾ ਹੈ ਕਿ ਜੇ ਮੰਮਾ ਨੂੰ ਦੱਸਣਗੇ ਇਹਨਾਂ ਦੀ ਵਡਿਆਈ ਜ਼ਿਆਦਾ ਹੋ ਜਾਣੀ ਹੈ। ਉਹਨੇ ਪੂਰੀ ਗੱਲ ਸੁਣੀ ਨਹੀਂ, ਉਹਨੂੰ ਧਿਆਨ ਹੀ ਨਹੀਂ, ਉਹ ਕੂਕ ਸੁੱਤਾ ਹੋਇਆ ਸੀਗਾ। ਮਾੜੇ ਜਿਹੇ ਕੰਨ 'ਚ ਗੱਲ ਪਈ, ਉਹਨੇ ਮੰਮਾ ਨੂੰ ਕਹਿ ਦਿੱਤਾ ਤੁਸੀਂ ਮੰਮਾ ਪਾਪਾ ਨੂੰ ਸੰਗਤਰਾ ਖਿਲਾ ਦਿਓ। ਇੱਦਾਂ ਹੀ ਸਾਡੀ ਹਾਲਤ ਆ। ਗੁਰੂ ਸਾਹਿਬ ਸਾਡੇ ਪਿਤਾ ਆ, ਅਸੀਂ ਸਾਰੇ ਜਿੰਨੇ ਸਿੱਖ ਹਾਂ ਉਹਨਾਂ ਦੇ ਬੱਚੇ ਆ। ਕਿਸੇ ਨੂੰ ਕਿੰਨੀ ਕੁ ਸੋਝੀ ਹੈ, ਕਿਸੇ ਨੂੰ ਕਿੰਨੀ ਕੁ ਸੋਝੀ ਹੈ, ਕਿਸੇ ਨੂੰ ਪੂਰਾ ਭੇਦ ਮਿਲਦਾ ਆ ਕਿ ਗੁਰਬਾਣੀ ਰਾਹੀਂ ਕੀ ਕਿਹਾ ਆ। ਪਰ ਕਈ ਐਸੇ ਨੇ ਉਹ ਆਪਣੇ ਆਪ ਨੂੰ ਜਾਗਰੂਕ ਜਾਂ ਅਪਗ੍ਰੇਡ ਖਾਉਂਦੇ ਆ, ਪਰ ਜਦੋਂ ਨਾਮ ਦੀ ਗੱਲ ਆਉਂਦੀ ਆ ਉਹ ਨਾਮ ਦੇ ਅਰਥ ਤਬਦੀਲ ਕਰਦੇ ਰਹਿੰਦੇ ਆ। ਜਿਵੇਂ ਇੱਥੇ ਉਦਾਹਰਨ ਵਿੱਚ ਸੇਬ ਨੂੰ ਸੰਗਤਰਾ ਬਣਾ ਦਿੱਤਾ ਬੱਚੇ ਨੇ, ਇੱਦਾਂ ਹੀ ਉਹ ਕੀ ਕਰਦੇ ਆ, ਨਾਮ ਨੂੰ ਕਦੇ ਗੁਣ ਕਹਿ ਦਿੰਦੇ ਆ, ਕਦੇ ਨਾਮ ਨੂੰ ਕਹਿ ਦਿੰਦੇ ਆ ਕਿ ਕੁਦਰਤ ਦੇ ਨਿਯਮ ਆ, ਕਦੇ ਨਾਮ ਨੂੰ ਹੋਰ ਹੀ ਕੁਛ ਬਣਾ ਦਿੰਦੇ ਆ। ਉਹ ਅਰਥ ਹੀ ਬਦਲਦੇ ਰਹਿੰਦੇ ਆ, ਕਿਉਂਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਮਹਾਰਾਜ ਨੇ ਜੋ ਕਿਹਾ ਹੈ ਉਹ ਸੱਤ ਆ। ਕਈ ਵਾਰੀ ਉਹਨਾਂ ਨੇ ਕਹਿ ਦੇਣਾ ਨਾਮ ਚੰਗੇ ਗੁਣ ਆ, ਫਿਰ ਕਹਿ ਦੇਣਾ ਕਿ ਕੁਦਰਤ ਦੇ ਨਿਯਮ ਆ, ਫਿਰ ਉਹਨਾਂ ਨੇ ਕਦੇ ਕਹਿ ਦੇਣਾ ਕਿ ਇਹ ਗਿਆਨ ਆ, ਗਿਆਨ ਨੂੰ ਕਿਹਾ ਆ। ਜੇ ਮਹਾਰਾਜ ਨੇ ਇੱਦਾਂ ਹੀ ਕਹਿਣਾ ਸੀ, ਉਹ ਸਿੱਧਾ ਕਹਿ ਦੇਣਾ ਸੀ ਮਹਾਰਾਜ ਨੇ ਗਿਆਨ ਆ, ਪਰ ਇਹਨਾਂ ਨੂੰ ਸਮਝ ਨਹੀਂ। ਕਦੇ ਕਦੇ ਥੋੜ੍ਹਾ ਜਿਹਾ ਉਹਨਾਂ ਨੂੰ ਗੈਸ ਮੁਤਾਬਕ ਉਹ ਕਰ ਲੈਂਦੇ ਆ ਕਿ ਨਾਮ ਹੁਕਮ ਆ, ਪਰ ਫਿਰ ਉਹਨਾਂ ਨੂੰ ਹੁਕਮ ਸਮਝਾਉਣਾ ਆਉਂਦਾ ਨਹੀਂ ਕਿ ਹੁਕਮ ਕਿਵੇਂ ਆ। ਇਹ ਸਾਡੇ ਪੰਥ ਦੀ ਹਾਲਤ ਹੋ ਚੁੱਕੀ ਹੈ। ਜਿਹੜਾ ਜਗਿਆਸੂ ਆ ਫਿਰ ਉਹ ਕਨਫਿਊਜ਼ ਹੋ ਜਾਂਦਾ ਕਿ ਕਿਹਦੀ ਮੰਨਾਂ ਕਿਹਦੀ ਨਹੀਂ। ਤਾਂ ਹੀ ਜਦੋਂ ਅਸੀਂ ਕਿਸੇ ਨੂੰ ਵੀ ਸੁਣਦੇ ਹਾਂ, ਸਾਨੂੰ ਭੇਦ ਹੋਣਾ ਚਾਹੀਦਾ ਕਿ ਅੰਦਰੋਂ ਕਾਲ ਬੋਲ ਰਿਹਾ ਆ, ਸਤਪੁਰਖ ਬੋਲ ਰਿਹਾ ਆ, ਕਾਮ ਕ੍ਰੋਧਮ ਹੰਕਾਰ ਬੋਲ ਰਿਹਾ ਆ। ਕੌਣ ਬੋਲਦਾ ਆ ਅੰਦਰੋਂ? ਮਨ ਇਹਦਾ ਸੁੱਤਾ ਆ ਅਤੇ ਕਾਲ ਬੋਲੂਗਾ, ਕਾਮ ਕ੍ਰੋਧਮ ਹੰਕਾਰ ਬੋਲਣਗੇ। ਕਾਲ ਨੇ ਕੀ ਕਰਨਾ ਆ, ਉਹਨੇ ਅਰਥ ਕੋਸ਼ਿਸ਼ ਕਰਨੀ ਆ ਕਰਨ ਦੇ ਇਸ ਤਰੀਕੇ ਦੇ ਨਾਲ ਕਿ ਤ੍ਰੈ ਗੁਣਾਂ ਦੇ ਵਿੱਚ ਹੀ ਸੀਮਿਤ ਜੀਵ ਰਵੇ, ਕਿ ਉਹਨੂੰ ਉਮੀਦ ਨਾ ਹੋਵੇ ਕਿ ਤ੍ਰੈ ਗੁਣਾਂ ਤੋਂ ਬਾਹਰ ਕੁਛ ਹੈ। ਵੱਧ ਤੋਂ ਵੱਧ ਗੰਧਰਵ ਨਗਰੀ ਦੀ ਗੱਲ ਕਰੇਗਾ। ਸਤਪੁਰਖ ਨੇ ਪੂਰਨ ਭੇਦ ਦੇਣਾ ਹੁੰਦਾ ਆ ਕਿ ਉਹ ਆਤਮਿਕ ਵਿਚਾਰ ਹੁੰਦੇ ਆ ਕਿ ਮਨ ਜਿਹੜਾ ਭਗਤੀ ਨਾਲ ਜੁੜੇ। ਹਰੇਕ ਜਥੇਬੰਦੀ ਨੇ, ਹਰੇਕ ਪ੍ਰਚਾਰਕ ਨੇ ਕਹਿਣਾ ਸਾਡੇ ਪਾਸ ਗੁਰਮਤਿ ਆ, ਪਰ ਜਦੋਂ ਅਸੀਂ ਕਿਸੇ ਨੂੰ ਸੁਣਦੇ ਹਾਂ ਨਾ, ਅਸੀਂ ਇਸ ਤਰੀਕੇ ਨਾਲ ਸੁਣਨਾ ਆ ਕਿ ਕਿਹਦੀ ਵਿਚਾਰ ਸੁਣ ਕੇ ਸਾਡੇ ਮਨ ਦਾ ਵਿਕਾਸ ਹੋਵੇ, ਸਾਡਾ ਮਨ ਤਰੱਕੀ ਹਾਸਲ ਕਰੇ। ਸਾਡੇ ਮਨ ਦਾ ਵਿਕਾਸ ਉਦੋਂ ਹੁੰਦਾ ਹੈ ਜਦੋਂ ਸਾਨੂੰ ਸ਼ਾਂਤੀ ਪ੍ਰਾਪਤ ਹੁੰਦੀ ਆ, ਸਾਨੂੰ ਸਹਿਜ ਮਿਲਦਾ ਆ ਅੰਦਰੋਂ, ਸਾਡਾ ਨਾਮ ਦੇ ਨਾਲ ਸੁਰਤੀ ਜੁੜਦੀ ਆ, ਸਾਨੂੰ ਆਨੰਦ ਪ੍ਰਾਪਤ ਹੁੰਦਾ ਆ। ਜੇਕਰ ਅਸੀਂ ਵਿਕਾਸ ਲੱਭਣ ਲੱਗ ਪੈਂਦੇ ਦੁਨੀਆ ਦਾ, ਕਿ ਦੁਨੀਆ ਦਾ ਵਿਕਾਸ ਕਿਸ ਗੱਲ ਦੇ ਵਿੱਚ ਹੋਊਗਾ, ਜਿਹੜੇ ਇਸ ਤਰੀਕੇ ਨਾਲ ਗੱਲਾਂ ਕਰਦੇ ਆ ਜੀਵ, ਉਹਨਾਂ ਨੂੰ ਭੇਦ ਨਹੀਂ ਗੁਰਬਾਣੀ ਦਾ। ਉਹ ਸੋਚਦੇ ਆ ਗੁਰਬਾਣੀ ਤ੍ਰੈ ਗੁਣਾਂ ਲਈ ਆ, ਪਰ ਗੁਰਬਾਣੀ ਚੌਥੇ ਪਦ ਦਾ ਗਿਆਨ ਆ, ਸਾਨੂੰ ਤ੍ਰੈ ਗੁਣਾਂ ਤੋਂ ਉੱਪਰ ਉਠਾਉਂਦੀ ਆ ਗੁਰਬਾਣੀ। ਜਿਹੜਾ ਦੁਨਿਆਵੀ ਵਿਕਾਸ ਆ, ਤੁਸੀਂ ਦੇਖ ਲਓ, ਜਿਹੜਾ ਦੁਨਿਆਵੀ ਤਰੱਕੀ ਹੈ ਨਾ, ਹੁਣ ਕੈਨੇਡਾ ਅਤੇ ਅਮਰੀਕਾ, ਅਸੀਂ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਆ, ਉਹ ਦੂਜੇ ਦੇਸ਼ਾਂ ਨਾਲੋਂ ਉਹਨਾਂ ਨੇ ਸਾਇੰਟੀਫਿਕ ਤੌਰ 'ਤੇ, ਇਕਨੋਮਿਕ ਤੌਰ 'ਤੇ ਜ਼ਿਆਦਾ ਤਰੱਕੀ ਕੀਤੀ ਹੋਈ ਆ, ਵਿਕਾਸ ਜ਼ਿਆਦਾ ਕੀਤਾ ਹੋਇਆ। ਪਰ ਉਹਨਾਂ ਨੇ ਗੁਰਬਾਣੀ ਪੜ੍ਹ ਕੇ ਥੋੜ੍ਹਾ ਉਹਨਾਂ ਨੇ ਵਿਕਾਸ ਇਹ ਕੀਤਾ। ਉਹ ਤਾਂ ਸਿਰਫ ਮਹਾਰਾਜ ਵੱਲੋਂ ਆ, ਕਾਲ ਦੇ ਦਾਇਰੇ ਦੇ ਵਿੱਚ ਤਾਂ ਹੈਗੇ ਆ, ਅਤੇ ਕਾਲ ਦੇ ਦਾਇਰੇ ਦੇ ਵਿੱਚ ਇਹ ਜੀਵ ਜਿਹੜੇ ਆ ਵਿਗਿਆਨ ਦੁਆਰਾ ਤਰੱਕੀ ਕਰੀ ਜਾਂਦੇ ਆ। ਮਹਾਰਾਜ ਨੇ ਫਿਰ ਕਿਹੜੀ ਗੱਲ ਸਾਨੂੰ ਸਮਝਾਈ ਹੈ? ਮਹਾਰਾਜ ਨੇ ਸਾਨੂੰ ਸਮਝਾਈ ਆ ਕਿ ਅਸੀਂ ਤਰੱਕੀ ਆਪਣੇ ਮਨ ਦੀ ਕਿਵੇਂ ਕਰਨੀ ਹੈ, ਮਨ ਨੂੰ ਕਿਵੇਂ ਅਸੀਂ ਪ੍ਰਮਾਤਮਾ ਨਾਲ ਜੋੜਨਾ ਆ, ਮਨ ਨੂੰ ਅਸੀਂ ਕਿਵੇਂ ਸ਼ਾਂਤੀ ਦਿਵਾਉਣੀ ਆ, ਮਨ ਨੂੰ ਕਿਵੇਂ ਅਸੀਂ ਫੁਰਨਿਆਂ ਤੋਂ ਰਹਿਤ ਕਰਨਾ ਆ ਅਤੇ ਇਹਨੂੰ ਤਾਕਤਵਰ ਬਣਾਉਣਾ ਆ, ਮਨ ਨੂੰ ਅਸੀਂ ਕਿਵੇਂ ਨਾਮ ਦੇ ਵਿੱਚ ਲੀਨ ਕਰਨਾ ਆ। ਇਹ ਹੈ ਅਸਲੀ ਗੁਰਮਤ। ਗੁਰਮਤ ਤਾਂ ਸਾਰਿਆਂ ਨੇ ਕਹਿਣਾ ਕਿ ਸਾਡੇ ਪਾਸ ਆ, ਪਰ ਅਸੀਂ ਦੇਖਣਾ ਕਿ ਗੁਰੂ ਸਾਹਿਬ ਗੁਰਮਤ ਕਿਹਨੂੰ ਕਹਿੰਦੇ ਆ। ਫਿਰ ਮਹਾਰਾਜ ਕਹਿੰਦੇ ਆ ਇਹ ਗੁਰਮਤ ਹੈ ਪ੍ਰੈਕਟੀਕਲ, ਇਹ 5 ਸ਼ਬਦਾਂ ਤੋਂ ਮਿਲਦੀ ਗੁਰਮਤ। ਮਹਾਰਾਜ ਕਹਿੰਦੇ ਆ ਪੰਚੇ ਸ਼ਬਦ ਵਜੇ ਮਤ ਗੁਰਮਤ, ਵਡਭਾਗੀ ਅਨਹਦ ਵਜਿਆ
ਆਨੰਦ ਮੂਲ ਰਾਮ ਸਭ ਦੇਖਿਆ ਗੁਰ ਸਬਦੀ ਗੋਵਿੰਦ ਗੱਜਿਆ। ਕਿ 5 ਸ਼ਬਦ ਜਿੱਥੇ ਅੰਦਰ ਪ੍ਰਗਟ ਹੋਣ ਤੇ ਸਮਝੋ ਉਹ ਮਨ ਗੁਰਮਤਿ ਨੂੰ ਧਾਰਨ ਕਰ ਚੁੱਕਾ ਹੈ। ਉਹ ਮਨ ਗੁਰੂ ਸਾਹਿਬ ਦੀ, ਸਾਹਿਬ ਸ੍ਰੀ ਗ੍ਰੰਥ ਸਾਹਿਬ ਦੀ ਗੱਲ ਮੰਨਦਾ ਆ, ਕਿਉਂਕਿ ਗੁਰੂ ਸਾਹਿਬ ਜੋ ਦੱਸਦੇ ਆ ਉਹ ਨਾਮ ਦਾ ਹੀ ਭੇਦ ਦੇ ਰਿਹਾ ਸਾਨੂੰ। ਉਹ ਅਕਥ ਕਥਾ ਦੱਸ ਰਿਹਾ, ਜਿਹਨੂੰ ਮਹਾਰਾਜ ਕਹਿੰਦੇ ਅਕਥ ਕਥੋ ਗੁਰਮਤਿ ਵਿਚਾਰ। ਤੇ ਤਾਂ ਹੀ ਸਾਨੂੰ ਭਗਤੀ ਵੱਲ ਨੂੰ ਪ੍ਰੇਰਿਤ ਕਰਦੇ ਆ। ਤਾਂ ਹੀ ਅਸੀਂ ਜਦੋਂ ਸੁਣਦੇ ਹਾਂ ਕਿਸੇ ਨੂੰ, ਅਸੀਂ ਦੇਖਣਾ ਕਿ ਅਗਲਾ ਭਗਤੀ ਵੱਲ ਨੂੰ ਸਾਨੂੰ ਜੋੜਦਾ ਹੈ ਜਾਂ ਕਾਹਦੇ ਨਾਲ ਜੋੜ ਰਿਹਾ। ਮਹਾਰਾਜ ਕਹਿੰਦੇ ਆ ਗੁਰ ਕੀ ਮਤ ਧੁੱਲੇ ਇਆਨੇ ਭਗਤ ਬਿਨਾ ਬਹੁਤ ਡੁੱਬੇ ਸਿਆਣੇ। ਕਿ ਗੁਰੂ ਦੀ ਮੱਤ ਗੁਰਮਤ ਧਾਰਨ ਕਰ, ਭਗਤੀ ਤੋਂ ਬਗੈਰ ਬਹੁਤ ਸਿਆਣੇ ਲੋਕ ਇੱਥੇ ਦੁਨੀਆ 'ਚ ਉਹਦੇ 'ਚ ਡੁੱਬ ਗਏ। ਫਿਰ ਕਹਿੰਦੇ ਹਰ ਕੀ ਭਗਤ ਕਰੋ ਮਨਮੀਤ, ਨਿਰਮਲ ਹੋਏ ਤੁਮਾਰੋ ਚੀਤ। ਕਿ ਹਰੀ ਦੀ ਭਗਤੀ ਕਰੋ ਮਨ ਮਿੱਤਰਾ, ਤੁਹਾਡਾ ਜਿਹੜਾ ਚਿੱਤ ਆ ਫਿਰ ਨਿਰਮਲ ਹੋ ਜਾਊਗਾ। ਗੁਰਮਤਿ ਦੁਆਰਾ ਸਾਡੇ ਮਨ ਨੂੰ ਸ਼ਾਂਤੀ ਆਉਂਦੀ ਹੈ। ਜਿੱਥੇ ਤ੍ਰੈਗੁਣਾਂ ਦੀਆਂ ਗੱਲਾਂ ਕੀਤੀਆਂ ਜਾਣ, ਜਿੱਥੇ ਸਿਰਫ ਨਿੰਦਿਆ ਚੁਗਲੀ ਦੱਸੀ ਜਾਵੇ, ਉਹ ਗੁਰਮਤਿ ਨਹੀਂ ਹੁੰਦੀ। ਜਿੱਥੇ ਪ੍ਰਚਾਰਕ ਦੀ ਗੱਲ ਕਰ ਰਹੇ ਆ, ਜਿਹੜੇ ਮਨਮੁਖ ਆ ਪ੍ਰਚਾਰਕ, ਜੇ ਉਹ ਗੱਲ ਇਹੀ ਕਰੀ ਜਾਂਦੇ ਆ ਮਨਮਤ ਦੁਆਰਾ ਕਿ ਨਿੰਦਿਆ ਚੁਗਲੀ ਕਰਨੀ, ਉਹ ਗੁਰਮਤਿ ਨਹੀਂ। ਜਿੱਥੇ ਮਨ ਨੂੰ ਸਮਝਾਇਆ ਜਾਏ ਕਿ ਇੱਥੇ ਤ੍ਰੈਗੁਣਾਂ ਦੇ ਵਿੱਚ ਰਹਿ, ਉਹ ਗੁਰਮਤਿ ਨਹੀਂ। ਗੁਰਮਤਿ ਇਹ ਆ ਜਿਸ ਦੁਆਰਾ ਸਾਡਾ ਮਨ ਸ਼ਾਂਤ ਹੋਵੇ। ਤਾਂ ਮਹਾਰਾਜ ਨੇ ਕਿਹਾ ਆ ਮੇਰੇ RAM ਐਸਾ ਖੀਰ ਬਿਲੋਈਐ, ਗੁਰਮਤਿ ਮਨੁਆ ਅਸਤਰ ਰਾਖੋ ਇਨ ਬਿਦ ਅੰਮ੍ਰਿਤ ਪੀਓਈਐ। ਕਿ ਗੁਰਮਤਿ ਦੁਆਰਾ ਤੁਸੀਂ ਆਪਣੇ ਮਨ ਨੂੰ ਥਿਰ ਕਰ ਲਓ, ਸ਼ਾਂਤ ਕਰ ਲਓ। ਇੱਦਾਂ ਤੁਹਾਨੂੰ ਅੰਮ੍ਰਿਤ ਅੰਦਰੋਂ, ਇਹ ਜਿਹੜੇ ਦਾਰੂ ਆ, ਇਹ ਪ੍ਰਾਪਤ ਹੋਊਗਾ। ਜਿਹੜੇ ਜੀਵ ਨਿੰਦਿਆ ਚੁਗਲੀ ਸੁਣਾਉਂਦੇ ਆ ਜਾਂ ਇਸ ਤਰੀਕੇ ਨਾਲ ਵਿਚਾਰ ਸੁਣਾਉਂਦੇ ਆ ਕਿ ਸਾਡਾ ਮਨ ਤ੍ਰੈਗੁਣਾਂ ਵੱਲ ਨੂੰ ਭੱਜੇ, ਦੁਨਿਆਵੀ ਵਿਕਾਸ ਵੱਲ ਨੂੰ ਭੱਜੇ, ਮਨ ਦਾ ਵਿਕਾਸ ਨਹੀਂ, ਉਹ ਗੁਰਮਤਿ ਨਹੀਂ ਹੋ ਸਕਦੀ। ਜਿੱਥੇ ਤਰਕ ਕਰਦੇ ਆ, ਕੋਈ ਪ੍ਰਸ਼ਨ ਕਰਦੇ ਆ ਨਾ, ਜਿਹੜੇ ਜੀਵ ਤਰਕ ਕਰਦੇ ਆ, ਪ੍ਰਸ਼ਨ ਕਰਦੇ ਆ, ਪ੍ਰਸ਼ਨ ਕਰਨਾ ਕੋਈ ਮਾੜਾ ਨਹੀਂ ਹੁੰਦਾ, ਪਰ ਅੰਦਰ ਭਗਤੀ ਦਾ ਜਿਹੜਾ ਏਮ ਆ ਉਹ ਹੋਣਾ ਚਾਹੀਦਾ। ਤਰਕ ਜੇ ਕਰਨੀ ਆ, ਅੰਦਰ ਭਗਤੀ ਦਾ ਏਮ ਹੋਣਾ ਚਾਹੀਦਾ। ਜੇ ਭਗਤੀ ਨਹੀਂ ਵਿੱਚ ਹੈ, ਉਹ ਤਰਕ ਕਰਨ ਦਾ ਫਾਇਦਾ ਨਹੀਂ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਗੁਰਬਾਣੀ 'ਚ ਦੱਸਦੇ, ਕਹਿੰਦੇ ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੇ। ਕਿ ਮਾਇਆ ਦੀ ਕਿਰਤ ਕਰੀ ਜਾਂਦੇ ਆ, ਇਹ ਵੀ ਜੋ ਕਰਦੇ ਆ ਕਰਮ, ਇਹ ਫਿਰ ਫਾਇਦਾ ਨਹੀਂ ਸਾਡਾ ਹੁੰਦਾ। ਭਗਤੀ ਦੀ ਸਾਰ, ਭਗਤੀ ਦੀ ਰਿਸਪੈਕਟ ਅਸੀਂ ਕਰਦੇ ਨਹੀਂ। ਵੇਦ ਸ਼ਾਸਤਰ ਕੋ ਤਰਕ ਨ ਲਾਗਾ, ਤਤ ਜੋਗ ਨਾ ਪਛਾਣੈ। ਕਹਿੰਦੇ ਕਿ ਜਿਹੜਾ ਵੇਦਾਂ ਦਾ, ਸ਼ਾਸਤਰਾਂ ਤੇ ਤਰਕ ਕਰਦਾ ਆ, ਅਰਥਾਤ ਧਾਰਮਿਕ ਗਿਆਨ ਤੇ, ਉਹ ਤਤ ਜੋਗ ਕਿਵੇਂ ਪ੍ਰਮਾਤਮਾ ਨਾਲ ਮਿਲਣਾ, ਉਹ ਪਛਾਣ ਨਹੀਂ ਸਕਦਾ। ਉਗਰ ਗਿਆ ਜੈਸਾ ਖੋਟਾ ਢਬੂਆ, ਨਦਰ ਸਰਾਫਾ ਆਇਆ। ਕਹਿੰਦੇ ਜਦੋਂ ਇਹਦੀ ਪਰਖ ਹੋਣੀ ਆ ਨਾ, ਫਿਰ ਇਹ ਖੋਟਾ ਨਿਕਲਣਾ ਹੈ ਮਨ, ਜਿਹੜਾ ਇੱਦਾਂ ਤਰਕਾਂ ਕਰਦਾ ਫਿਰਦਾ ਆ। ਅੰਤਰਜਾਮੀ ਸਭ ਕੁਛ ਜਾਣੈ, ਉਸ ਤੇ ਕਹਾ ਛਪਾਇਆ। ਕਹਿੰਦੇ ਅੰਤਰਜਾਮੀ ਪ੍ਰਮਾਤਮਾ, ਉਹ ਸਾਰਾ ਕੁਛ ਪਛਾਣਦਾ ਆ, ਉਸ ਤੇ ਕੁਛ ਤੁਸੀਂ ਛੁਪਾ ਨਹੀਂ ਸਕਦੇ। ਇਹੀ ਗੁਰਮਤਿ ਜਿਹੜੀ ਆ, ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ ਸਾਨੂੰ ਭਗਤੀ ਵੱਲ ਨੂੰ ਤੋਰਦੀ ਹੈ। ਤਾਂ ਹੀ ਫਿਰ ਮਹਾਰਾਜ ਨੇ ਕਿਹਾ ਹੈ ਗੁਰਮੁਖ ਭਗਤ ਜਿਤ ਸਹਿਜ ਤੁਨ ਉਪਜੈ, ਬਿਨ ਭਗਤੀ ਮੈਲ ਨਾ ਜਾਏ। ਕਿ ਗੁਰਮੁਖਾਂ ਦੀ ਭਗਤੀ ਉਹ ਆ ਜਿੱਥੇ ਸਹਿਜ ਧੁਨ ਨਾਲ ਅਸੀਂ ਜੁੜਦੇ ਹਾਂ, ਅਤੇ ਭਗਤੀ ਕਰਨ ਤੋਂ ਬਗੈਰ ਸਾਡੀ ਮੈਲ ਜਿਹੜੀ ਆ ਮਨ ਦੀ ਉਤਰਦੀ ਨਹੀਂ। ਸੋ ਇਹ ਥੋੜ੍ਹਾ ਜਿਹਾ ਅੱਜ ਵਿਸਤਾਰ ਨਾਲ ਦੱਸਿਆ ਹੋਇਆ ਪ੍ਰਚਾਰ ਬਾਰੇ, ਅਤੇ ਕਿਵੇਂ ਅਸੀਂ ਹੋਰਨਾਂ ਨੂੰ ਸਮਝਾ ਸਕਦੇ ਹਾਂ। ਅਸੀਂ ਉਂਝ ਜਦੋਂ ਕਿਸੇ ਨੂੰ ਸੁਣਦੇ ਹਾਂ, ਸਾਡਾ ਭੇਦ ਹੋਣਾ ਚਾਹੀਦਾ ਹੈ ਕਿ ਇਹ ਮਾਇਆ ਦੀ ਗੱਲ ਆ, ਤ੍ਰੈਗੁਣਾਂ ਦੀ, ਕਿ ਚੌਥੇ ਪਦ ਦੀ ਗੱਲ ਆ। ਬਾਕੀ ਉਹ ਉਦਾਹਰਨ ਦੇ ਨਾਲ ਇੱਕ ਥੋੜ੍ਹਾ ਜਿਹਾ ਇੱਕ ਰਹਿ ਗਿਆ। ਇੱਕ ਉਹਦਾ ਪੰਜਵਾਂ ਪੁੱਤਰ ਵੀ ਸੀ ਉਸ ਪਿਤਾ ਦਾ, ਜਿਹੜਾ ਕਿਹਾ ਕਿ ਸੇਬ ਕੱਟ ਕੇ ਅਤੇ ਛਿਲਕੇ ਮੰਮਾ ਲਿਆਵੇ। ਉਹ ਜਿਹੜਾ ਪੰਜਵਾਂ ਪੁੱਤਰ ਸੀਗਾ ਨਾ, ਉਹਨੇ ਨਾ ਸਾਰਿਆਂ ਦਾ ਸੁਣਿਆ, ਆਪਣੇ ਭਰਾਵਾਂ ਦਾ। ਜਿਹੜਾ ਭਰਾ ਨੇ ਕਿਹਾ ਕਿ ਛਿਲਕੇ ਅਤੇ ਕੱਟ ਕੇ ਸੇਬ ਲਿਆਉਣੇ ਆ, ਉਹ ਜਿਹੜਾ ਪੰਜਵਾਂ ਪੁੱਤਰ ਸੀਗਾ ਉਹਨੇ ਵੀ ਉੱਦਾਂ ਹੀ ਕਿਹਾ। ਕਹਿੰਦਾ ਮੰਮਾ ਪਾਪੇ ਨੂੰ ਛਿਲਕੇ ਕੱਟ ਕੇ ਸੇਬ ਖਿਲਾਉਣੇ ਨੇ, ਨਾਲ ਉੱਤੇ ਲੂਣ ਮਿਰਚ ਪਾ ਦੇ। ਜਦੋਂ ਉਹ
ਭੋਜਨ ਮੋਹਰੇ ਗਿਆ ਤੇ ਉਹਦਾ ਪਿਤਾ ਕਹਿੰਦਾ ਕਿ ਇਹ ਮੈਂ ਲੂਣ ਮਿਰਚ ਤੋਂ ਬਗੈਰ ਖਾਣਾ ਚਾਹੁੰਦਾ ਸੀ, ਤੂੰ ਕਿਉਂ ਇੱਦਾਂ ਕੀਤਾ। ਇੱਦਾਂ ਹੀ ਸਾਡੀ ਹਾਲਤ ਹੈ, ਜਿਹੜੇ ਸਾਡੇ ਵਿੱਚੋਂ ਅੱਜ ਨਿਕਲੇ ਆ ਨਾ ਆਪਣੇ ਆਪਣੇ ਡੇਰੇ ਬਣਾ ਲੈ, ਉਹ ਨਕਲ ਮਾਰ ਲੈਂਦੇ ਆ ਅਸਲੀ ਸੰਤਾਂ ਦੀ, ਮਹਾਂਪੁਰਖਾਂ ਦੀ, ਜੋ ਬ੍ਰਹਮ ਦਾ ਭੇਦ ਮਹਾਂਪੁਰਖਾਂ ਨੇ ਦਿੱਤਾ, ਅਤੇ ਆਪਣੇ ਕੋਲੋਂ ਹੀ ਉੱਤੇ ਮਸਾਲਾ ਲਾਈ ਜਾਂਦੇ ਅਤੇ ਆਪਣੇ ਕੋਲੋਂ ਹੀ ਗੰਧਰਵ ਨਗਰੀ ਦੀਆਂ ਗੱਲਾਂ ਕਰੀ ਜਾਂਦੇ ਆ। ਜਿਵੇਂ 10ਵੇਂ ਦੁਆਰ ਦਾ ਪਿਛਲੇ ਹਫ਼ਤੇ ਕੀਤਾ ਸੀ ਜ਼ਿਕਰ ਕਿ ਸੁਨਹਿਰੀ ਰੰਗ ਹੈ, ਉੱਥੇ ਵੀ ਅਸੀਂ ਸੁਚੇਤ ਰਹਿਣਾ ਹੁੰਦਾ ਕਿ ਅਸੀਂ ਹਰੇਕ ਗੱਲ ਗੁਰਬਾਣੀ ਨਾਲ ਮਿਲਾਈਏ। ਸੋ ਅੱਜ ਇੰਨੀਆਂ ਹੀ ਬੇਨਤੀਆਂ ਸਨ। ਮਹਾਰਾਜ ਸਾਡੇ ਸਾਰਿਆਂ 'ਤੇ ਕਿਰਪਾ ਕਰਨ। ਜੇ ਦਾਸ ਪਾਸੋਂ ਬੋਲਦਿਆਂ ਹੋਇਆਂ ਕੋਈ ਵੀ ਅੱਖਰਵਾਦਾ ਘਾਟਾ ਭੁੱਲ ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮਾਫ਼ ਕਰਨਾ ਜੀ। ਅੱਜ ਦਾ ਟੌਪਿਕ ਇਹੀ ਸੀ ਕਿ ਅਸੀਂ ਉਸ ਦਾਰੂ ਨੂੰ ਹਾਸਲ ਕਰਨਾ ਜੋ ਨਾਮ ਆ, ਅਤੇ ਅਸੀਂ ਹਮੇਸ਼ਾ ਸੁਚੇਤ ਰਹਿਣਾ ਹੈ ਕਿ ਜੋ ਸਾਨੂੰ ਸੁਣਾਇਆ ਜਾਂਦਾ ਆ ਕਿ ਇਹ ਭਗਤੀ ਵੱਲ ਨੂੰ ਸਾਨੂੰ ਲੈ ਕੇ ਜਾਂਦਾ ਹੈ, ਨਾਮ ਵੱਲ ਨੂੰ ਲੈ ਕੇ ਜਾਂਦਾ ਹੈ, ਜਾਂ ਇਹ ਮਾਇਆ ਦੇ ਨੀਂਦੇ ਸਾਨੂੰ ਸੁਲਾ ਰਿਹਾ ਹੈ। ਇੱਦਾਂ ਫਿਰ ਸਾਡਾ ਮਨ ਜਿਹੜਾ ਆ ਗਲਤ ਪ੍ਰਚਾਰ ਤੋਂ ਬਚ ਸਕਦਾ। ਅੱਖਰਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।